ਹੈਲੋ ਫਰੈਂਡਸ, ਮੈਂ ਕਰਮਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਤੋਂ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਏ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ 8th ਕਲਾਸ ਜਿਓਗ੍ਰਾਫੀ ਦੇ 5th ਚੈਪਟਰ ਨੂੰ, ਜਿਸ ਦਾ ਟਾਈਟਲ ਹੈ ਜੀ ਉਦਯੋਗ ਯਾਨੀ ਕਿ ਇੰਡਸਟਰੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਦਯੋਗਾਂ ਦੇ ਬਾਰੇ ਡਿਟੇਲ ਦੇ ਨਾਲ ਗੱਲ ਕਰਾਂਗੇ। ਜੋ NCERT ਦਾ ਸਿਲੇਬਸ ਹੈ ਜੀ, ਇਹ ਆਪਾਂ ਕਿਸੇ ਵੀ ਐਗਜ਼ਾਮ ਦੀ ਗੱਲ ਕਰ ਲਈਏ, ਜਿਵੇਂ ਕਿ PA-STET, CTET, ਮਾਸਟਰ ਕਾਡਰ, SSC, PPSC, ਜੋ ਵੀ ਐਗਜ਼ਾਮ ਆ ਜਾਂਦੇ ਨੇ ਜੀ ਗਵਰਨਮੈਂਟ ਪੇਪਰ ਲਈ, ਉਹਨਾਂ ਦੇ ਵਿੱਚ ਜੋ NCERT ਦਾ ਸਿਲੇਬਸ ਹੁੰਦਾ ਹੈ ਜੀ, ਉਸ ਦੇ ਵਿੱਚੋਂ ਪ੍ਰਸ਼ਨ ਆਪਾਂ ਨੂੰ ਜ਼ਰੂਰ ਪੁੱਟ ਕੀਤੇ ਜਾਂਦੇ ਆ। ਉਹਨਾਂ ਦੇ ਵਿੱਚੋਂ ਪ੍ਰਸ਼ਨ ਆਪਾਂ ਨੂੰ ਆਉਂਦੇ ਨੇ, ਅਤੇ ਕੇਵਲ ਪੰਜਾਬ ਐਜੂਕੇਸ਼ਨ ਚੈਨਲ ਹੀ ਹੈ ਜੀ ਜਿਸ 'ਤੇ ਤੁਹਾਨੂੰ ਜੋ NCERT ਜਿਓਗ੍ਰਾਫੀ ਹੈ ਉਹ ਪੰਜਾਬੀ ਲੈਂਗੁਏਜ ਦੇ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਜੋ NCERT ਹਿਸਟਰੀ ਹੈ ਜੀ, ਉਹ ਵੀ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਮਿਲ ਜਾਏਗੀ। ਇਸ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇੱਦਾਂ ਦੀਆਂ ਹੋਰ ਵੀ ਵੀਡੀਓਜ਼ ਤੁਸੀਂ ਦੇਖ ਸਕੋ, ਅਤੇ ਕਿਸੇ ਵੀਡੀਓ ਨੂੰ ਮਿਸ ਨਾ ਕਰਨ ਲਈ ਜੀ ਸਬਸਕ੍ਰਾਈਬ ਬਟਨ ਦੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਟੈਲੀਗ੍ਰਾਮ ਐਪ 'ਤੇ ਜਾ ਕੇ ਵੀ ਜੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਆਪਣੀ ਇਹ ਵੀਡੀਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਟੌਪਿਕਸ ਦੀ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਟਾਰਟਿੰਗ ਦੇ ਵਿੱਚ ਆਪਾਂ ਵੇਖਾਂਗੇ ਜੀ ਕਿ ਉਦਯੋਗ ਕੀ ਹੁੰਦੇ ਨੇ, ਯਾਨੀ ਕਿ ਇੰਡਸਟਰੀ ਕਿਸ ਨੂੰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕਿ ਉਦਯੋਗਾਂ ਦਾ ਵਰਗੀਕਰਨ ਆਪਾਂ ਕਿਸ ਆਧਾਰ 'ਤੇ ਕਰ ਸਕਦੇ ਹਾਂ। ਇਸ ਦੇ ਵਿੱਚ ਜੀ 3 ਆਧਾਰ ਆ ਜਾਂਦੇ ਨੇ। ਪਹਿਲਾ ਹੈ ਜੀ ਕੱਚੇ ਮਾਲ ਦੇ ਆਧਾਰਿਤ ਉਦਯੋਗ, ਦੂਸਰਾ ਆ ਜਾਂਦਾ ਹੈ ਜੀ ਆਕਾਰ ਦੇ ਆਧਾਰ 'ਤੇ ਆਪਾਂ ਉਦਯੋਗਾਂ ਦੀ ਵੰਡ ਕਰ ਸਕਦੇ ਹਾਂ, ਅਤੇ ਤੀਸਰਾ ਆ ਜਾਂਦਾ ਹੈ ਜੀ ਮਾਲਕੀ ਦੇ ਅਧਿਕਾਰ 'ਤੇ। ਠੀਕ ਹੈ ਜੀ, ਇਹਨਾਂ ਨੂੰ ਆਪਾਂ ਡਿਟੇਲ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਵੇਖਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ-ਕਿਹੜੇ ਕਾਰਕ ਨੇ, ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਉਦਯੋਗਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਉਦਯੋਗ ਤੰਤਰ ਨੂੰ, ਯਾਨੀ ਕਿ ਇੰਡਸਟਰੀਅਲ ਸਿਸਟਮ ਕੀ ਹੁੰਦਾ ਹੈ ਜੀ, ਇਸ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਉਦਯੋਗਿਕ ਪ੍ਰਦੇਸ਼ ਬਾਰੇ, ਯਾਨੀ ਕਿ ਇੰਡਸਟਰੀਅਲ ਰੀਜਨ ਕਿਸ ਨੂੰ ਕਿਹਾ ਜਾਂਦਾ ਹੈ ਜੀ, ਉਸ ਦੇ ਬਾਰੇ ਦੇਖਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਉਦਯੋਗਿਕ ਦੁਰਘਟਨਾਵਾਂ ਅਤੇ ਉਹਨਾਂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ। ਇਸ ਦੇ ਵਿੱਚ ਆਪਾਂ ਕੁਝ ਜੋ ਹਿਸਟਰੀ ਦੇ ਵਿੱਚ ਦੁਰਘਟਨਾਵਾਂ ਹੋਈਆਂ ਜੀ ਉਦਯੋਗਾਂ ਦੇ ਵਿੱਚ, ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਦੁਨੀਆ ਦੇ ਪ੍ਰਮੁੱਖ ਉਦਯੋਗ ਅਤੇ ਉਹਨਾਂ ਦੀ ਦੁਨੀਆ ਦੇ ਵੱਖ-ਵੱਖ ਭਾਗਾਂ ਦੇ ਵਿੱਚ ਵੰਡ। ਇਸ ਦੇ ਵਿੱਚ ਜੀ ਆਪਾਂ 2 ਮੁੱਖ ਉਦਯੋਗਾਂ ਨੂੰ ਪੜ੍ਹਨ ਜਾ ਰਹੇ ਹਾਂ। ਪਹਿਲਾ ਹੈ ਜੀ ਲੋਹ ਇਸਪਾਤ ਉਦਯੋਗ ਅਤੇ ਦੂਸਰਾ ਹੈ ਜੀ ਸੂਤੀ ਕੱਪੜਾ ਉਦਯੋਗ। ਇਹ ਜੋ ਸਾਰੇ ਟੌਪਿਕਸ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨੂੰ ਬਹੁਤ ਹੀ ਡਿਟੇਲ ਨਾਲ ਕਵਰ ਕਰਾਂਗੇ। ਹੁਣ ਇੱਕ-ਇੱਕ ਕਰਕੇ ਜੀ ਆਪਾਂ ਇਹਨਾਂ ਟੌਪਿਕਸ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਕਿ ਉਦਯੋਗ ਕਿਸ ਨੂੰ ਕਿਹਾ ਜਾਂਦਾ ਹੈ। ਉਦਯੋਗ ਤੋਂ ਭਾਵ ਕਿਸੇ ਕੱਚੇ ਮਾਲ ਦੀ ਵਰਤੋਂ ਕਰਕੇ ਜੀ ਉਸ ਦੇ ਰੂਪ ਨੂੰ ਬਦਲਣਾ ਹੈ, ਯਾਨੀ ਕਿ ਉਸ ਤੋਂ ਕੋਈ ਨਵੀਂ ਵਸਤੂ ਤਿਆਰ ਕਰਨਾ ਹੈ। ਜੋ ਕੱਚਾ ਮਾਲ ਹੈ ਜੀ, ਉਸ ਦਾ ਰੂਪ ਬਦਲ ਦਿੱਤਾ ਜਾਂਦਾ ਹੈ ਪੂਰੇ ਤਰੀਕੇ ਨਾਲ ਉਦਯੋਗ ਦੇ ਵਿੱਚ। ਉਦਯੋਗ ਕੱਚੇ ਮਾਲ ਦੇ ਰੂਪ ਅਤੇ ਉਸ ਦੇ ਮੁੱਲ ਦੇ ਵਿੱਚ ਬਦਲਾਵ ਕਰ ਦਿੰਦਾ ਹੈ। ਜਦੋਂ ਕੋਈ ਵਸਤੂ ਦਾ ਜੀ ਜੋ ਕੱਚਾ ਮਾਲ ਹੁੰਦਾ ਹੈ, ਉਸ ਨੂੰ ਕੋਈ ਨਵੀਂ ਵਸਤੂ ਬਣਾ ਦਿੱਤਾ ਜਾਂਦਾ ਹੈ, ਤਾਂ ਉਸ ਦੀ ਜੋ ਸ਼ਕਲ ਹੁੰਦੀ ਹੈ, ਜੋ ਉਸ ਦਾ ਰੂਪ ਹੁੰਦਾ ਹੈ ਜੀ, ਉਸ ਦੇ ਵਿੱਚ ਵੀ ਚੇਂਜ ਆ ਜਾਂਦਾ ਹੈ, ਅਤੇ ਜੋ ਉਸ ਦਾ ਮੁੱਲ ਹੁੰਦਾ ਹੈ ਜੀ, ਉਸ ਦੇ ਵਿੱਚ ਵੀ ਫਰਕ ਆ ਜਾਂਦਾ ਹੈ। ਜਿਵੇਂ ਕਿ ਇਸ ਦਾ ਇੱਕ ਉਦਾਹਰਨ ਦੇਖ ਲੈਂਦੇ ਹਾਂ ਜੀ। ਕੱਪੜਾ ਉਦਯੋਗ ਵਿੱਚ ਜੋ ਕਪਾਹ ਹੈ, ਜੋ ਕਪਾਹ ਆਪਾਂ ਖੇਤਾਂ ਦੇ ਵਿੱਚ ਪੈਦਾ ਕਰਦੇ ਹਾਂ ਜੀ ਖੇਤੀ ਕਰਕੇ, ਉਸ ਤੋਂ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਹੈ। ਉਹ ਜੋ ਉਸ ਨੂੰ ਸੂਤੀ ਕੱਪੜਾ ਤਿਆਰ ਕਰਨ ਦਾ ਪ੍ਰੋਸੈਸ ਹੈ ਜੀ ਕਪਾਹ ਤੋਂ, ਉਸੇ ਨੂੰ ਹੀ ਜੀ ਉਦਯੋਗ ਕਿਹਾ ਜਾਂਦਾ ਹੈ, ਕਿਉਂਕਿ ਉਦਯੋਗ ਦੇ ਵਿੱਚ ਹੀ ਕਿਸੇ ਇੱਕ ਕੱਚੇ ਮਾਲ ਤੋਂ ਕੋਈ ਨਵੀਂ ਵਸਤੂ ਤਿਆਰ ਕੀਤੀ ਜਾਂਦੀ ਹੈ। ਜੋ ਸਾਰੀਆਂ ਆਰਥਿਕ ਪ੍ਰਕਿਰਿਆਵਾਂ ਜੀ, ਜੋ ਸਾਰੀਆਂ ਆਰਥਿਕ ਕਿਰਿਆਵਾਂ ਹੁੰਦੀਆਂ ਆਪਣੇ ਜੀਵਨ ਦੇ ਵਿੱਚ, ਉਹਨਾਂ ਨੂੰ ਆਪਾਂ 3 ਕਿਸਮਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲੇ ਪੱਧਰ ਦੀਆਂ ਕਿਰਿਆਵਾਂ, ਜਿਨ੍ਹਾਂ ਨੂੰ ਆਪਾਂ ਪ੍ਰਾਥਮਿਕ ਕਿਰਿਆਵਾਂ ਵੀ ਕਹਿੰਦੇ ਹਾਂ ਜੀ, ਦੂਸਰੇ ਆ ਜਾਂਦੀਆਂ ਦੂਜੇ ਪੱਧਰ ਦੀਆਂ ਕਿਰਿਆਵਾਂ, ਅਤੇ ਤੀਸਰੇ 'ਤੇ ਆ ਜਾਂਦੀਆਂ ਜੀ ਤੀਜੇ ਪੱਧਰ ਦੀਆਂ ਕਿਰਿਆਵਾਂ। ਜੇਕਰ ਤੁਸੀਂ ਜੀ ਲਾਸਟ ਵਾਲੀ ਵੀਡੀਓ ਦੇਖੀ ਹੈ ਜੋ ਐਗਰੀਕਲਚਰ ਵੀਡੀਓ ਸੀ ਆਪਣੀ, ਉਸ ਦੇ ਵਿੱਚ ਵੀ ਆਪਾਂ ਇਹਨਾਂ ਕਿਰਿਆਵਾਂ ਦੀ ਗੱਲ ਕੀਤੀ ਸੀ, ਇਹਨਾਂ ਦੇ ਵੱਖ-ਵੱਖ ਪੱਧਰਾਂ ਦੀ ਗੱਲ ਕੀਤੀ ਸੀ। ਉਸ ਦੇ ਵਿੱਚ ਆਪਾਂ ਪੜ੍ਹਿਆ ਕਿ ਜੋ ਖੇਤੀ ਹੁੰਦੀ ਹੈ ਜੀ, ਉਹ ਪਹਿਲੇ ਪੱਧਰ ਦੀ ਕਿਰਿਆ ਹੁੰਦੀ ਹੈ, ਕਿਉਂਕਿ ਉਹ ਕਿਸੇ ਚੀਜ਼ ਦੀ ਪੈਦਾਵਾਰ ਕਰਦੀ ਹੈ। ਉਹ ਕੋਈ ਪਹਿਲਾਂ ਤੋਂ ਬਣੀ ਚੀਜ਼ ਨੂੰ ਜੀ ਉਸ ਦੇ ਰੂਪ ਨੂੰ ਨਹੀਂ ਚੇਂਜ ਕਰਦੀ, ਉਹ ਅਸਲ ਦੇ ਵਿੱਚ ਕਿਸੇ ਚੀਜ਼ ਨੂੰ ਉਗਾਉਂਦੀ ਹੈ, ਉਸ ਦੀ ਪੈਦਾਵਾਰ ਕਰਦੀ ਹੈ। ਪਰ ਜੋ ਆਪਣੇ ਉਦਯੋਗ ਹੁੰਦੇ ਆ ਜੀ, ਇਹ ਦੂਸਰੇ ਪੱਧਰ ਦੀਆਂ ਕਿਰਿਆਵਾਂ ਆ ਜਾਂਦੀਆਂ ਨੇ, ਕਿਉਂਕਿ ਇਹਨਾਂ ਨੂੰ ਕੱਚਾ ਮਾਲ ਹੈ ਜੋ ਖੇਤੀ ਤੋਂ ਜਾਂ ਅਲੱਗ-ਅਲੱਗ ਜਗ੍ਹਾਵਾਂ ਤੋਂ ਪ੍ਰਾਪਤ ਹੁੰਦਾ ਹੈ, ਪਰ ਇਹ ਉਸ ਦੇ ਸਿਰਫ ਰੂਪ ਨੂੰ ਚੇਂਜ ਕਰਦਾ ਹੈ। ਇਸੇ ਕਰਕੇ ਜੋ ਉਦਯੋਗ ਹੈ, ਇਹ ਦੂਜੇ ਪੱਧਰ ਦੀਆਂ ਆਰਥਿਕ ਕਿਰਿਆਵਾਂ ਦੇ ਵਿੱਚ ਆ ਜਾਂਦੇ ਨੇ। ਜੋ ਉਦਯੋਗ ਹੈ ਜੀ, ਇਹਨਾਂ ਨੂੰ ਆਪਾਂ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਆ ਜਾਂਦਾ ਹੈ ਕੱਚੇ ਮਾਲ ਦੇ ਆਧਾਰ 'ਤੇ, ਦੂਸਰਾ ਆ ਜਾਂਦਾ ਹੈ ਜੀ ਆਕਾਰ ਦੇ ਆਧਾਰ 'ਤੇ, ਅਤੇ ਤੀਸਰਾ ਆ ਜਾਂਦਾ ਹੈ ਮਾਲਕੀ ਦੇ ਆਧਾਰ 'ਤੇ। ਹੁਣ ਆਪਾਂ ਇਹਨਾਂ ਨੂੰ ਜੀ ਇੱਕ-ਇੱਕ ਕਰਕੇ ਡਿਟੇਲ ਦੇ ਨਾਲ ਪੜ੍ਹਦੇ ਹਾਂ। ਆਓ ਹੁਣ ਆਪਾਂ ਜਾਣਦੇ ਹਾਂ ਜੀ ਕਿ ਕੱਚੇ ਮਾਲ ਦੇ ਆਧਾਰ 'ਤੇ ਕਿਸੇ ਉਦਯੋਗ ਦੀ ਵੰਡ ਆਪਾਂ ਕਿਵੇਂ ਕਰਦੇ ਹਾਂ। ਉਦਯੋਗ ਕਿਸ ਖੇਤਰ ਤੋਂ ਆਪਣਾ ਕੱਚਾ ਮਾਲ ਪ੍ਰਾਪਤ ਕਰ ਰਿਹਾ ਜੀ, ਇਸੇ ਆਧਾਰ 'ਤੇ ਉਦਯੋਗਾਂ ਨੂੰ ਵੰਡਿਆ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਜੀ ਕੱਚੇ ਮਾਲ ਦੇ ਆਧਾਰ 'ਤੇ ਉਦਯੋਗਾਂ ਦੀ ਵੰਡ। ਜੋ ਇਹ ਕੱਚੇ ਮਾਲ ਦੇ ਆਧਾਰ 'ਤੇ ਉਦਯੋਗਾਂ ਦੀ ਵੰਡ ਹੁੰਦੀ ਹੈ ਜੀ, ਇਹ 4 ਪ੍ਰਕਾਰ ਨਾਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਪਹਿਲਾ ਆ ਜਾਂਦਾ ਹੈ ਜੀ ਖੇਤੀ ਆਧਾਰਿਤ, ਦੂਸਰਾ ਆ ਜਾਂਦਾ ਹੈ ਜੀ ਖਣਿਜ ਆਧਾਰਿਤ ਉਦਯੋਗ, ਤੀਸਰਾ ਆ ਜਾਂਦਾ ਹੈ ਜੀ ਸਮੁੰਦਰ ਆਧਾਰਿਤ ਉਦਯੋਗ, ਅਤੇ ਚੌਥਾ ਆ ਜਾਂਦਾ ਹੈ ਜੀ ਵਣ ਆਧਾਰਿਤ ਉਦਯੋਗ। ਇਹ ਕੀ ਹੁੰਦੇ ਨੇ ਜੀ, ਇਹਨਾਂ ਨੂੰ ਵੇਖ ਲੈਂਦੇ ਹਾਂ। ਪਹਿਲਾਂ ਪੜ੍ਹਦੇ ਹਾਂ ਜੀ ਖੇਤੀ ਆਧਾਰਿਤ ਉਦਯੋਗ ਕਿਹਨਾਂ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਉਹ ਉਦਯੋਗ ਸ਼ਾਮਲ ਹੁੰਦੇ ਨੇ ਜੀ ਜੋ ਆਪਣਾ ਕੱਚਾ ਮਾਲ ਖੇਤੀ ਅਤੇ ਪਸ਼ੂਆਂ ਤੋਂ ਪ੍ਰਾਪਤ ਕਰਦੇ ਨੇ।
क्योंकि खेती दे विच दी खेती करना ते पशु पालना दोने ही आ जाते हैं। इस लिए जो खेती आधारित उद्योग है इस दे विच भी खेती तो प्राप्त करने वाला कच्चा माल और पशुओं तो जो प्राप्त करते हैं जी कच्चा माल, वो दोनों उद्योग आ जाते हैं। इस दी कुछ उदाहरण देख लेंगे हैं, जिमें है जी कि सूती कपड़ा उद्योग, उसनों भी जो कपाह वो खेती तो प्राप्त होती है। फिर आ जाता है जी बनस्पति तेल, तीसरा आ जाता है जी डेयरी उत्पादन और चौथा आ जाता है जी चमड़ा उद्योग। जो ये चारों उद्योग ने जी ये खेती आधारित उद्योग की उदाहरण ने। इस तो बाद जो दूसरा आ जाता है जी वंड, वो आ जाता है जी खनिज आधारित उद्योग। जो उद्योग कच्चा माल जी खनिज अयस्कों तो प्राप्त करते हैं, जिमें कि लोह इस्पात उद्योग, इन्हों कहा जाता है जी खनिज आधारित उद्योग। ये उद्योग जी कई होर उद्योगों के लिए कच्चा माल उपलब्ध करवाते हैं, जिमें कि जो लोह इस्पात उद्योग आ ये बाकी जो उद्योग आ जाते हैं जी उन्होंने लिए भी कच्चा माल प्रदान करते हैं। ये किमें प्रदान करते हैं जी, ये वेख लें। जो लोह इस्पात उद्योग है जी, ये होर उद्योगों लिए जो मशीनां बनाई जांदियां उन्होंने कच्चा माल देंगे हैं। इस तो इलावा जो लोह इस्पात है जी, इन्हों की वरतों राही इमारतां बनाई जांदियां, आवाजाही के साधन बनाए जाते हैं। एक छोटी सूई तो लैके जी वड्डियां वड्डियां जो मशीनां ने वो सारियां दे विच लोह इस्पात का प्रयोग किया जाता है। इसलिए आप कह सकते हैं जो ये खनिज आधारित उद्योग ने ये बाकी उद्योगों के लिए कच्चा माल प्रदान करते हैं। बाकी जे इन्हों की आप जो डेफिनेशन है जिसनों थोड़ा सिंपलीफाई करिए तो आप इस तरह कह सकते हैं कि जो उद्योग जी खेती तो अपना कच्चा माल प्राप्त करते हैं उन्होंने खेती आधारित उद्योग कहा जाता है, और जो अपना कच्चा माल जी खनिजों तो प्राप्त करते हैं उन्होंने खनिज आधारित उद्योग कहा जा सकता है। ठीक है जी, तुम सिंगल लाइन के भी इसनों याद रख सकते हो। हुण आप देखते हैं जी तीसरी किस्म जो कि आ जाती है जी समुद्र आधारित उद्योग। वो उद्योग जी जो अपना कच्चा माल समुद्रां ते महासागरां तो प्राप्त करते हैं उन्होंने कहा जाता है जी समुद्र आधारित उद्योग। जिवें कहा जाता है जी मच्छी उद्योग, जिस दे विच मच्छी फड़ी जाती है जो उसनों अगे बेचा जाता है, वो सब कुछ जो आ जाता है जी वो समुद्र आधारित उद्योग दे विच आ जाता है। और दूसरा आ जाता है जी मच्छी का जो तेल उत्पादन किया जाता है जी, वो भी समुद्र आधारित उद्योग ही आ जाता है। फिर आप वेखते हैं जी चौथी किस्म जो आ जाती है जी वन आधारित उद्योग। वो उद्योग जो कच्चा माल जी वणों तो प्राप्त करते हैं, यानी कि जंगलों तो प्राप्त करते हैं, उन्होंने उद्योगों को कहा जाता है जी वन आधारित उद्योग। जिमें कहा जाता है जी कागज़ उद्योग, जो कागज़ है जी वो भी लकड़ी तो ही बनता है, वो भी जंगलों के विचों ही प्राप्त की जाती है। फिर आ जाता है जी लकड़ी उद्योग, जो लकड़ी वो अपन जंगलों तो मिलती है जी, फर्नीचर बनाने लकड़ी अपन जंगलों तो मिलती है। फिर आ जाता है जी भवन निर्माण उद्योग, क्योंकि जो घर है जी वो भी जंगलों तो मिली लकड़ तो बनाए जाते हैं। इस तरह आप कह सकते हैं जी कि जो ये सारे उद्योग ने ये वन आधारित उद्योग के आ जाते हैं। इस तरह जो कच्चे माल के आधार पर जी आप उद्योगों की वंड कर सकते सी, चार भागों के उन्होंने आप पढ़िया। हुण आप पढ़ते हैं जी उद्योगों की वंड की दूसरी किस्म जिसनों कहा जाता है जी आकार के आधार पर उद्योगों की वंड। ये की हुंदा है जी, इसनों जान लैंदे हैं। सब तो पहलां तो उद्योग के आकार तो भाव है जी उस दे विच लगण वाली पूंजी, यानी कि उस दे विच कितना पैसा इन्वेस्ट किया गया। फिर आ जाता है जी उद्योग के नाल जुड़े लोगों की संख्या, किन्ने लोग उस दे विच काम करते हैं, किहड़े-किहड़े लोग ने, वो सब जो इस उद्योग के नाल जी रिलेटेड होंदे ने वो भी इस दे विच ही काउंट होंदे ने। फिर आ जाता है जी उत्पादन की मात्रा, यानी कि कितनी प्रोडक्शन की जाती है। ये सब तीनों चीज़ों जो आप मिला के कह सकते हैं जी कि किसी उद्योग का आकार है। ठीक है जी, आकार तो सिर्फ ये भाव नहीं कि उद्योग किन्ने खेतर के लग्या हुआ है, आकार तो भाव है जी कि उसके कितनी पूंजी इन्वेस्ट हुई है, कितनी जनसंख्या उस काम कर रही है, और वो किस टाइप का कितना उत्पादन कर रहे हैं। ठीक है जी, उद्योगों के जो आकार के आधार पर जी आप इन्होंने दो भागों के वंड सकते हैं। पहला आ जाता है जी लघु उद्योग या छोटे उद्योग। लघु उद्योग छोटा उद्योग इक्को चीज़ ही है जी, ठीक है, इसके नाम दो बोले जाते हैं। फिर आ जाता है जी वड्डे उद्योग। ये की होंदे ने जी, इन्हां दी डेफिनेशन नूं देख लैंदे आ। पहला आप पढ़ते हैं जी लघु उद्योग या छोटे उद्योग बारे। वो उद्योग जो घरेलू या फिर बहुत ही घट पूंजी लगा के जी छोटे पद्धर पर किए जाते हैं उन्होंने कहा जाता है जी लघु उद्योग। जिमें कि कोई व्यक्ति जी हत्थ नाल कोई चीज़ बनाता है, कोई दरी बनाता है जी, कोई भांडे बनाता है, जो घुमियार होंगे घर के भांडे बनाते हैं, वो हुंदा उद्योग है जी, पर उसनों आपां लघु उद्योग या हिंदी दे विच उसनों कुटीर उद्योग भी कहा जाता है जी, ये आ जाता है। फिर आ जाता है जी वड्डे उद्योग। वो उद्योग जी जो बहुत वड्डे पद्धर के होंदे ने, जिन्हां दे विच बहुत ज़्यादा निवेश होंदा है, बहुत ज़्यादा मशीनां लगदियां अते बहुत ही ज़्यादा संख्या के लोग काम करते हैं, ज़्यादा उत्पादन होंदा है, उन्होंने कहा जाता है जी वड्डे उद्योग। जिमें कि वड्डियां वड्डियां कंपनियां जांदियां जी, जिवें एप्पल गूगल की गल कर लीए, आपां कोई कार कंपनी की गल कर लो, मारुति सुजुकी, चाहे होंडा, ये जो सारियां इदां दीयां कंपनियां जांदियां जो वर्ल्ड वाइड अपना काम करदियां जी, जिन्हां दे विच ज़्यादा पैसा इन्वेस्ट होंदा, ज़्यादा लोग काम करते हैं, ज़्यादा उत्पादन होंदा, वो कंपनियां नूं आपां वड्डियां कंपनियां के रूप में कंसीडर करते हैं, उन्होंने आपां वड्डियां कंपनियां कहने हैं। ठीक है जी, इस तरह आप वेख्या कि आकार के आधार पर जो उद्योग आ उन्हां दी वंड आपां किवें कर सकते हैं। हुण आपां पढ़ते हैं जी उद्योगों के मालकी के अधिकार ते वंड, जो कि उद्योगों की जी तीसरी वंड की किस्म आ जाती है। मालकी के अधिकार ते जो उद्योगों आपां वंडदे हैं जी, इन्होंने आपां चार भागों के वंड सकते हैं।
जिस दे विच पहला जांदा है जी निजी उद्योग ਜਾਂ जिन्हां नूं आपां प्राइवेट सैक्टर दीयां कंपनीज़ कहने जी। इस दे विच ਉਹ ਉਦਯੋਗ आ ਜਾਂਦੇ ਆ ਜੀ ਜਿਨ੍ਹਾਂ ਦਾ ਮਾਲਕੀ ਹੱਕ ਅਤੇ ਸੰਚਾਲਨ ਦਾ ਹੱਕ ਕਿਸੇ ਇੱਕ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਕੋਲ ਹੁੰਦਾ ਹੈ। ਯਾਨੀ ਕਿ ਇਸ ਦੇ ਵਿੱਚ ਕੀ ਹੈ ਜੀ ਉਹ ਉਦਯੋਗ ਹੁੰਦੇ ਨੇ, ਉਹ ਕੰਪਨੀਆਂ ਹੁੰਦੀਆਂ ਜਿਨ੍ਹਾਂ ਦਾ ਮਾਲਕ ਕੋਈ ਇੱਕ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਅਤੇ ਜੋ ਉਸ ਉਦਯੋਗ ਨੂੰ ਚਲਾਉਣ ਦਾ ਖਰਚਾ ਹੁੰਦਾ ਹੈ, ਜੋ ਉਸ ਦਾ ਸਾਰਾ ਰੱਖ ਰਖਾਵ ਕਰਨਾ ਹੁੰਦਾ ਹੈ ਜੀ ਕੰਪਨੀ ਦਾ, ਉਹ ਵੀ ਇੱਕ ਵਿਅਕਤੀ ਜਾਂ ਉਹਨਾਂ ਵਿਅਕਤੀਆਂ ਦੇ ਸਮੂਹ ਦੇ ਦੁਆਰਾ ਹੀ ਕੀਤਾ ਜਾਂਦਾ ਹੈ। ਇਸ ਦੇ ਵਿੱਚ ਹੋਰ ਕਿਸੇ ਦਾ ਇੰਟਰਫੇਅਰ ਨਹੀਂ ਹੁੰਦਾ। ਠੀਕ ਹੈ ਜੀ। ਇਸ ਦੀਆਂ ਕੁਝ ਉਦਾਹਰਨ ਦੇਖ ਲੈਂਦੇ ਹਾਂ, ਜਿਵੇਂ ਕਿ ਆ ਜਾਂਦਾ ਹੈ ਜੀ ਹੀਰੋ ਮੋਟੋਕॉर्प, ਰਿਲਾਇੰਸ ਆ ਜਾਂਦਾ ਹੈ ਜੀ, ਐਪਲ ਆ ਜਾਂਦਾ ਹੈ। ਜੋ ਇੱਦਾਂ ਦੀਆਂ ਕੰਪਨੀਜ਼ ਹੈ ਜੀ ਇਹ ਸਾਰੀਆਂ ਜੋ ਨਿੱਜੀ ਉਦਯੋਗ ਦੇ ਇੱਕ ਉਦਾਹਰਨ ਨੇ। ਇਸ ਤੋਂ ਬਾਅਦ ਜੋ ਦੂਸਰੀ ਕਿਸਮ ਆ ਜਾਂਦੀ ਹੈ ਜੀ ਉਹ ਆ ਜਾਂਦੀ ਹੈ ਰਾਜਕੀ ਜਾਂ ਸਰਵਜਨਿਕ ਉਦਯੋਗ, ਜਿਨ੍ਹਾਂ ਨੂੰ ਆਪਾਂ ਪਬਲਿਕ ਸੈਕਟਰ ਦੇ ਉਦਯੋਗ ਕਹਿੰਦੇ ਹਾਂ। ਸਰਵਜਨਿਕ ਉਦਯੋਗਾਂ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਜੋ ਉਦਯੋਗਾਂ ਦੀ ਮਾਲਕੀ ਹੁੰਦੀ ਹੈ ਅਤੇ ਜੋ ਉਹਨਾਂ ਦਾ ਸੰਚਾਲਨ ਕਰਨ ਦਾ ਕੰਮ ਹੁੰਦਾ ਹੈ ਉਹ ਸਰਕਾਰ ਦੇ ਦੁਆਰਾ ਕੀਤਾ ਜਾਂਦਾ ਹੈ। ਠੀਕ ਹੈ ਜੀ। ਇਸ ਦੇ ਵਿੱਚ ਸਰਕਾਰ ਹੀ ਕਿਸੇ ਉਦਯੋਗ ਦੀ ਮਾਲਕ ਹੁੰਦੀ ਹੈ ਅਤੇ ਸਰਕਾਰ ਹੀ ਸਾਰਾ ਖਰਚਾ ਕਰਕੇ ਉਹ ਉਦਯੋਗਾਂ ਨੂੰ ਚਲਾਉਂਦੀ ਹੈ। ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਪਬਲਿਕ ਸੈਕਟਰ ਦੇ ਉਦਯੋਗ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਸਰਕਾਰੀ ਕੰਪਨੀਆਂ ਨੇ। ਠੀਕ ਹੈ ਜੀ। ਇਸ ਦੇ ਵਿੱਚ ਕੁਝ ਉਦਾਹਰਨ ਦੇਖ ਲੈਂਦੇ ਹਾਂ, ਜਿਵੇਂ ਕਿ ਆ ਜਾਂਦਾ ਹੈ ਜੀ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ। ਜੋ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਹੈ ਜੀ ਇਹ ਐਰੋਪਲੇਨ ਦੇ ਰਿਲੇਟਡ ਕੰਮ ਕਰਦੀ ਹੈ। ਇਹ ਸਾਰਾ ਜੋ ਹਵਾਈ ਜਹਾਜ਼ ਹੁੰਦੇ ਆ ਜੀ ਉਹਨਾਂ ਦੇ ਬਾਰੇ ਹੀ ਇਸ ਕੰਪਨੀ ਦਾ ਸਾਰਾ ਕੰਮ ਹੁੰਦਾ ਹੈ। ਐਰੋਨੋਟਿਕਸ ਦਾ ਮਤਲਬ ਵੀ ਐਰੋਪਲੇਨ ਦੇ ਰਿਲੇਟਡ ਹੁੰਦਾ ਹੈ ਜੀ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ। ਜੋ ਇਹ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਹੈ ਜੀ ਇਹ ਵੀ ਇੱਕ ਸਰਕਾਰੀ ਕੰਪਨੀ ਹੈ। ਇਹ ਜੋ ਜੀ ਸਟੀਲ ਦਾ ਉਤਪਾਦਨ ਕਰਦੀ ਹੈ। ਠੀਕ ਹੈ ਜੀ। ਇਹ ਕੰਪਨੀ ਵੀ ਜੋ ਹੈ ਸਰਵਜਨਿਕ ਉਦਯੋਗ ਦੇ ਵਿੱਚ ਆ ਜਾਂਦੀ ਹੈ। ਇੱਥੇ ਆਪਾਂ ਹੁਣ ਨਿੱਜੀ ਉਦਯੋਗ ਅਤੇ ਸਰਵਜਨਿਕ ਉਦਯੋਗ ਦੇ ਵਿੱਚ ਤਾਂ ਡਿਫਰੈਂਸ ਦੇਖ ਲਿਆ ਜੀ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਹੋਰ ਦੋ ਕਿਹੜੀਆਂ ਸਬ ਕੈਟੇਗਰੀਜ਼ ਰਹਿ ਜਾਂਦੀਆਂ ਨੇ। ਮਾਲਕੀ ਦੇ ਅਧਿਕਾਰ ਤੇ ਜੋ ਤੀਸਰੀ ਸਬ ਕੈਟੇਗਰੀ ਆ ਜਾਂਦੀ ਹੈ ਇਹ ਹੈ ਜੀ ਸੰਯੁਕਤ ਉਦਯੋਗ, ਜਿਸ ਨੂੰ ਜੀ ਜੁਆਇੰਟ ਇੰਡਸਟਰੀ ਕਿਹਾ ਜਾਂਦਾ ਹੈ। ਇਹਨਾਂ ਉਦਯੋਗਾਂ ਦੇ ਵਿੱਚ ਕੀ ਹੈ ਜੀ ਕਿ ਜੋ ਮਾਲਕੀ ਅਤੇ ਸੰਚਾਲਨ ਦਾ ਕੰਮ ਹੈ ਇਹ ਸਰਕਾਰ ਜਾਂ ਕਿਸੇ ਪ੍ਰਾਈਵੇਟ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੇ ਦੁਆਰਾ ਕੀਤਾ ਜਾਂਦਾ ਹੈ। ਯਾਨੀ ਕਿ ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਿ ਪ੍ਰਾਈਵੇਟ ਸੈਕਟਰ ਅਤੇ ਜੋ ਸਰਕਾਰੀ ਸੈਕਟਰ ਹੈ ਉਹ ਦੋਨੋਂ ਮਿਲ ਕੇ ਕੰਮ ਕਰਦੇ ਆ। ਸਰਕਾਰ ਅਤੇ ਇੱਕ ਪ੍ਰਾਈਵੇਟ ਬੰਦਾ ਦੋਨੋਂ ਮਿਲ ਕੇ ਕਿਸੇ ਉਦਯੋਗ ਨੂੰ ਚਲਾਉਂਦੇ ਆ, ਇਸ ਲਈ ਜਿਸ ਨੂੰ ਸੰਯੁਕਤ ਉਦਯੋਗ ਜਾਂ ਜੁਆਇੰਟ ਇੰਡਸਟਰੀ ਕਿਹਾ ਜਾਂਦਾ ਹੈ। ਇਸ ਦੀ ਇੱਕ ਉਦਾਹਰਨ ਆ ਜਾਂਦੀ ਹੈ ਜੀ ਜਿਵੇਂ ਹੈ ਮਾਰੂਤੀ ਉਦਯੋਗ ਲਿਮਟਿਡ। ਠੀਕ ਹੈ ਜੀ। ਇਹ ਆ ਗਏ ਸੰਯੁਕਤ ਉਦਯੋਗ। ਹੁਣ ਆਪਾਂ ਪੜ੍ਹਦੇ ਹਾਂ ਜੀ ਚੌਥੀ ਕਿਸਮ ਨੂੰ, ਜੋ ਆ ਜਾਂਦੀ ਹੈ ਜੀ ਸਹਿਕਾਰੀ ਉਦਯੋਗ, ਜਾਂ ਜਿਸ ਨੂੰ ਆਪਾਂ ਕੋਆਪਰੇਟਿਵ ਇੰਡਸਟਰੀ ਕਹਿੰਦੇ ਹਾਂ। ਇਹਨਾਂ ਉਦਯੋਗਾਂ ਦੇ ਸੰਚਾਲਨ ਅਤੇ ਮਾਲਕੀ ਦਾ ਜੋ ਅਧਿਕਾਰ ਹੁੰਦਾ ਹੈ ਜੀ ਇਹ ਕੱਚਾ ਮਾਲ ਪ੍ਰਦਾਨ ਕਰਨ ਵਾਲੇ ਜਾਂ ਉਸ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ, ਜਾਂ ਫਿਰ ਕੀ ਹੈ ਜੀ ਕਿ ਦੋਨਾਂ ਦੇ ਹੱਥ ਦੇ ਵਿੱਚ ਕੱਚਾ ਮਾਲ ਪ੍ਰਦਾਨ ਕਰਨ ਵਾਲੇ ਅਤੇ ਕੰਮ ਜੋ ਕਰਦੇ ਆ ਉਹਨਾਂ ਦੋਨਾਂ ਦੇ ਹੱਥ ਦੇ ਵਿੱਚ ਜੀ ਇਸ ਦੀ ਮਾਲਕੀ ਹੁੰਦੀ ਹੈ। ਇਸ ਦੀ ਇੱਕ ਉਦਾਹਰਨ ਆ ਜਾਂਦੀ ਹੈ ਜੀ ਅਮੂਲ ਕੰਪਨੀ। ਠੀਕ ਹੈ ਜੀ। ਜੋ ਅਮੂਲ ਡੇਅਰੀ ਹੈ, ਅਮੂਲ ਡੇਅਰੀ ਮਿਲਕ ਜੋ ਆ ਜਾਂਦਾ ਹੈ ਜੀ ਉਹ ਆ ਜਾਂਦਾ ਹੈ ਸਹਿਕਾਰੀ ਉਦਯੋਗ ਦਾ ਇੱਕ ਉਦਾਹਰਨ। ਉਦਯੋਗਾਂ ਦੀ ਵੱਖ-ਵੱਖ ਟਾਈਪ ਦੇ ਵਿੱਚ ਵੰਡ ਨੂੰ ਪੜ੍ਹਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ-ਕਿਹੜੇ ਨੇ। ਉਸ ਤੋਂ ਪਹਿਲਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਚੱਲਦੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ। ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਜੋ ਤੱਤ ਹੈ ਜੀ, ਜੋ ਕਾਰਕ ਹੈ, ਉਸ ਦੇ ਵਿੱਚ ਆ ਜਾਂਦਾ ਹੈ ਜੀ ਕੱਚਾ ਮਾਲ, ਪਾਣੀ, ਜਲ, ਮਜ਼ਦੂਰ। ਇਹਨਾਂ ਜੋ ਇਹ ਚੀਜ਼ਾਂ ਸੀ ਇਹਨਾਂ ਦੀ ਉਪਲਬਧਤਾ। ਫਿਰ ਆ ਜਾਂਦਾ ਹੈ ਜੀ ਪੂੰਜੀ, ਆਵਾਜਾਈ ਦੇ ਵਿਕਸਿਤ ਮਾਰਗ ਅਤੇ ਬਾਜ਼ਾਰ। ਜੋ ਇਹ ਸਭ ਚੀਜ਼ਾਂ ਜੀ ਇਹ ਚਾਹੀਦੀਆਂ ਕਿਸੇ ਜਗ੍ਹਾ 'ਤੇ ਉਦਯੋਗਾਂ ਨੂੰ ਲੱਗਣ ਲਈ। ਠੀਕ ਹੈ ਜੀ। ਜਿੱਥੇ ਸਾਰੇ ਕਾਰਕ ਜੋ ਆਸਾਨੀ ਨਾਲ ਮਿਲਦੇ ਆ ਅਤੇ ਸਸਤੇ ਮਿਲਦੇ ਆ ਉੱਥੇ ਹੀ ਬਹੁਤ ਵਧੇਰੇ ਉਦਯੋਗ ਲੱਗਦੇ ਆ। ਠੀਕ ਹੈ ਜੀ। ਉੱਥੇ ਜ਼ਿਆਦਾ ਉਦਯੋਗ ਉਹਨਾਂ ਜਗ੍ਹਾ 'ਤੇ ਹੀ ਸਥਾਪਿਤ ਕੀਤੇ ਜਾਂਦੇ ਆ ਜਿੱਥੇ ਉਦਯੋਗਾਂ ਨੂੰ ਕੀ ਹੈ ਜੀ ਵਧੀਆ ਮਾਤਰਾ ਦੇ ਵਿੱਚ ਕੱਚਾ ਮਾਲ ਮਿਲ ਜਾਂਦਾ ਹੈ। ਉੱਥੇ ਉਹਨਾਂ ਨੂੰ ਪਾਣੀ ਦੀ ਸਹੀ ਮਾਤਰਾ ਉਪਲਬਧ ਹੁੰਦੀ ਹੈ ਜੀ, ਮਜ਼ਦੂਰ ਸਸਤੇ ਮਿਲਦੇ ਆ, ਆਸਾਨੀ ਨਾਲ ਮਿਲ ਜਾਂਦੇ ਆ, ਉਹਨਾਂ ਕੋਲ ਪੂੰਜੀ ਹੁੰਦੀ ਹੈ ਲਗਾਉਣ ਲਈ। ਜੋ ਜਿੱਥੇ ਉਦਯੋਗ ਲਗਾਏ ਜਾਂਦੇ ਆ ਉੱਥੇ ਆਲੇ ਦੁਆਲੇ ਜੋ ਆਵਾਜਾਈ ਦੇ ਸਾਧਨ ਆ ਉਹ ਵਿਕਸਿਤ ਹੋਣ ਤਾਂ ਕਿ ਜੋ ਤਿਆਰ ਮਾਲ ਆ ਉਸ ਨੂੰ ਬਾਜ਼ਾਰ ਤੱਕ ਭੇਜਿਆ ਜਾ ਸਕੇ, ਵਧੀਆ ਬਾਜ਼ਾਰ ਹੋਣ ਤਾਂ ਕਿ ਉਹਨਾਂ ਜੋ ਉਤਪਾਦਨ ਕੀਤਾ ਜਾਂਦਾ ਜੀ ਉਸ ਨੂੰ ਵੇਚਿਆ ਜਾ ਸਕੇ। ਠੀਕ ਹੈ ਜੀ। ਇਹ ਸਾਰੇ ਕਾਰਕ ਹੁੰਦੇ ਆ, ਸਾਰੇ ਰੀਜ਼ਨ ਹੁੰਦੇ ਆ ਜੋ ਕਿਸੇ ਵੀ ਉਦਯੋਗ ਨੂੰ ਪ੍ਰਭਾਵਿਤ ਕਰਦੇ ਨੇ। ਠੀਕ ਹੈ ਜੀ। ਇੱਥੇ ਕੀ ਹੁੰਦਾ ਜੀ ਕਿ ਕਈ ਵਾਰ ਜੋ ਸਰਕਾਰ ਆ ਉਹ ਕਿਸੇ ਵਿਸ਼ੇਸ਼ ਸਥਾਨ 'ਤੇ ਮੰਨ ਲਓ ਵੀ ਕਿਸੇ ਖੇਤਰ 'ਤੇ ਕਿਸੇ ਰਾਜ ਦੇ ਵਿੱਚ ਉੱਥੋਂ ਦੀ ਸਰਕਾਰ ਚਾਹੁੰਦੀ ਹੈ ਕਿ ਉੱਥੇ ਜ਼ਿਆਦਾ ਉਦਯੋਗ ਲੱਗਣ, ਤਾਂ ਜੋ ਰਾਜ ਸਰਕਾਰ ਹੋਏਗੀ ਜਾਂ ਕੇਂਦਰ ਸਰਕਾਰ ਹੋਏਗੀ ਤਾਂ ਉਹ ਕੁਛ ਵਿਸ਼ੇਸ਼ ਸਹੂਲਤਾਂ ਦੇਗੀ ਕਿਸੇ ਉਦਯੋਗਾਂ ਨੂੰ ਤਾਂ ਕਿ ਉੱਥੇ ਉਦਯੋਗ ਲੱਗਣ। ਇਹ ਇੱਕ ਚੀਜ਼ ਆ ਜਾਂਦੀ ਹੈ ਜੀ ਕਿ ਕਿਸੇ ਖੇਤਰ ਦੇ ਵਿੱਚ ਉਦਯੋਗ ਲਗਵਾਉਣੇ ਹੋਣ, ਜੇ ਜ਼ਿਆਦਾ ਉਹਨਾਂ ਨੂੰ ਪ੍ਰਫੁੱਲਿਤ ਕਰਨਾ ਹੋਵੇ। ਠੀਕ ਹੈ ਜੀ। ਉਹਨਾਂ ਨੂੰ ਕੋਈ ਸਬਸਿਡੀਜ਼ ਦੇਣੀ ਹੋਣ ਇਸ ਟਾਈਪ 'ਤੇ। ਕਈ ਵਾਰ ਕੀ ਹੁੰਦਾ ਹੈ ਜੀ ਕਿ ਸਰਕਾਰ ਚਾਹੁੰਦੀ ਹੈ ਕਿ ਕਿਸੇ ਵਿਸ਼ੇਸ਼ ਚੀਜ਼ ਦੇ ਉਦਯੋਗ ਲਗਾਏ ਜਾਣ। ਠੀਕ ਹੈ। ਲੱਗਣ ਜਿੱਥੇ ਮਰਜ਼ੀ, ਪਰ ਕਿ ਉਹ ਜੋ ਕਿਸੇ ਵਸਤੂ ਦਾ ਕੀ ਹੈ ਜੀ ਜ਼ਿਆਦਾ ਉਤਪਾਦਨ ਹੋਵੇ, ਉਸ ਦੇ ਲਈ ਵੀ ਸਰਕਾਰ ਦੇ ਦੁਆਰਾ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ। ਜਿਵੇਂ ਕਈ ਵਾਰ ਸਸਤੀ ਬਿਜਲੀ ਦੇ ਦਿੱਤੀ ਜਾਂਦੀ ਹੈ ਜੀ, ਵੱਖ-ਵੱਖ ਚੀਜ਼ਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਵੀ ਜੋ ਉਦਯੋਗ ਹੈ ਜੀ ਉਹ ਜ਼ਿਆਦਾ ਵੱਧਦੇ ਨੇ ਅਤੇ ਜੋ ਇਹ ਤੱਤ ਹੈ ਜੀ ਉਹ ਇਹ ਸਾਰੇ ਤੱਤ ਮਿਲ ਕੇ ਉਦਯੋਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਬਣ ਜਾਂਦੇ ਨੇ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਪੜ੍ਹਿਆ ਕਿ ਕਿਹੜੇ-ਕਿਹੜੇ ਤੱਤ ਨੇ ਉਹ ਕਿਵੇਂ ਉਦਯੋਗਾਂ ਨੂੰ ਪ੍ਰਭਾਵਿਤ ਕਰਦੇ ਨੇ। ਹੁਣ ਆਪਾਂ ਜਾਣਦੇ ਹਾਂ ਜੀ ਉਦਯੋਗ ਤੰਤਰ ਕੀ ਹੁੰਦਾ ਹੈ, ਯਾਨੀ ਕਿ ਇੰਡਸਟਰੀਅਲ ਸਿਸਟਮ ਕੀ ਹੁੰਦਾ ਹੈ। ਜਿਵੇਂ ਕਿ ਆਪਾਂ ਲਾਸਟ ਵੀਡੀਓ ਜੋ ਆਪਣੀ ਐਗਰੀਕਲਚਰ ਦੀ ਵੀਡੀਓ ਸੀ ਜੀ ਉਸ ਦੇ ਵਿੱਚ ਪੜ੍ਹਿਆ ਸੀ ਕਿ ਐਗਰੀਕਲਚਰ ਸਿਸਟਮ ਹੁੰਦਾ ਹੈ, ਉਸੇ ਤਰ੍ਹਾਂ ਇਸ ਦੇ ਵਿੱਚ ਹੁੰਦਾ ਹੈ ਜੀ ਇੰਡਸਟਰੀਅਲ ਸਿਸਟਮ।
ਸਭ ਤੋਂ ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਜੀ ਕਿ ਸਿਸਟਮ ਕਿਸ ਨੂੰ ਕਿਹਾ ਜਾਂਦਾ ਜਾਂ ਤੰਤਰ ਕਿਸ ਨੂੰ ਕਿਹਾ ਜਾਂਦਾ ਹੈ। ਸਿਸਟਮ ਜਾਂ ਤੰਤਰ ਤੋਂ ਭਾਵ ਹੁੰਦਾ ਹੈ ਜੀ ਕੁਝ ਨਿਵੇਸ਼ ਕਰਨਾ, ਫਿਰ ਉਸ ਦੇ ਉੱਤੇ ਕੁਝ ਪ੍ਰਕਿਰਿਆਵਾਂ ਹੋਣਗੀਆਂ ਜਾਂ ਕਿਰਿਆਵਾਂ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਪ੍ਰੋਸੈਸ ਹੁੰਦਾ ਕਹਿੰਦੇ ਹਾਂ ਜੀ। ਉਸ ਤੋਂ ਬਾਅਦ ਜੀ ਆਪਾਂ ਨੂੰ ਉਤਪਾਦਨ ਮਿਲਦਾ ਜਾਂ ਆਊਟਪੁੱਟ ਮਿਲਦਾ, ਠੀਕ ਹੈ ਜੀ। ਇਸ ਦੇ ਵਿੱਚ 3 ਸਟੈਪ ਆ ਜਾਂਦੇ ਆ। ਪਹਿਲਾਂ ਕੁਝ ਨਿਵੇਸ਼ ਕਰਦੇ ਹਾਂ, ਉਸ ਤੋਂ ਬਾਅਦ ਕੁਝ ਕਿਰਿਆਵਾਂ ਹੁੰਦੀਆਂ ਜੋ ਪ੍ਰੋਸੈਸ ਵਾਸਤੇ ਹੁੰਦੀਆਂ ਜੀ, ਅਤੇ ਅੰਤ ਦੇ ਵਿੱਚ ਆਪਾਂ ਨੂੰ ਕੀ ਹੈ ਆਊਟਪੁੱਟ ਮਿਲਦਾ ਹੈ। ਜਿੱਥੇ ਜੀ ਇਹ ਤਿੰਨੋਂ ਸਟੈਪ ਹੁੰਦੇ ਨੇ ਉਸ ਨੂੰ ਸਿਸਟਮ ਕਿਹਾ ਜਾਂਦਾ ਹੈ। ਅਤੇ ਜਿਸ ਦੇ ਅੰਡਰ ਆਪਾਂ ਇਸ ਨੂੰ ਪੜ੍ਹਦੇ ਹਾਂ, ਜਿਵੇਂ ਅੱਜ ਆਪਾਂ ਇੰਡਸਟਰੀ ਦੇ ਨਾਲ ਇਸ ਨੂੰ ਰਿਲੇਟ ਕਰਕੇ ਪੜ੍ਹਦੇ ਹਾਂ, ਅਤੇ ਇਸ ਨੂੰ ਆਪਾਂ ਉਦਯੋਗ ਤੰਤਰ ਜਾਂ ਇੰਡਸਟਰੀਅਲ ਸਿਸਟਮ ਕਹਾਂਗੇ। ਜੇਕਰ ਆਪਾਂ ਇਸ ਨੂੰ ਖੇਤੀ ਦੇ ਨਾਲ ਕਰਕੇ ਪੜ੍ਹਦੇ ਤਾਂ ਫਿਰ ਆਪਾਂ ਨੂੰ ਇਸ ਨੂੰ ਐਗਰੀਕਲਚਰ ਸਿਸਟਮ ਕਹਿਣਾ ਸੀ, ਜੋ ਆਪਾਂ ਲਾਸਟ ਵੀਡੀਓ ਦੇ ਵਿੱਚ ਦੇਖਿਆ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਕਿ ਉਦਯੋਗ ਤੰਤਰ ਕਿਵੇਂ ਕੰਮ ਕਰਦਾ ਹੈ। ਉਦਯੋਗ ਤੰਤਰ ਦੇ ਵਿੱਚ ਜੀ ਕੁਝ ਨਿਵੇਸ਼ ਕੀਤਾ ਜਾਂਦਾ ਹੈ। ਨਿਵੇਸ਼ ਦੇ ਰੂਪ ਵਿੱਚ ਆ ਜਾਂਦਾ ਹੈ ਜੀ ਕੱਚਾ ਮਾਲ, ਕੁਝ ਭੂਮੀ ਹੁੰਦੀ ਹੈ ਜੀ ਜਿੱਥੇ ਕੋਈ ਉਦਯੋਗ ਲਗਾਇਆ ਜਾਂਦਾ ਹੈ, ਫਿਰ ਮਜ਼ਦੂਰ ਆ ਜਾਂਦਾ ਹੈ ਜੀ, ਜਾਲ ਆ ਜਾਂਦਾ ਹੈ, ਪੂੰਜੀ ਲਗਾਈ ਜਾਂਦੀ ਹੈ, ਆਵਾਜਾਈ ਦੇ ਸੰਸਾਧਨ ਵਰਤੇ ਜਾਂਦੇ ਆ, ਸ਼ਕਤੀ ਸੰਸਾਧਨ ਵਰਤੇ ਜਾਂਦੇ ਆ। ਇਹ ਜੋ ਸਭ ਚੀਜ਼ਾਂ ਹੁੰਦੀਆਂ ਜੀ ਇਹ ਨਿਵੇਸ਼ ਦੇ ਰੂਪ ਵਿੱਚ ਕੰਮ ਕਰਦੀਆਂ ਨੇ। ਫਿਰ ਕੀ ਹੈ ਜੀ ਕੱਚੇ ਮਾਲ 'ਤੇ ਕੁਝ ਪ੍ਰੋਸੈਸ ਹੁੰਦਾ ਜੀ, ਕੁਝ ਕਿਰਿਆਵਾਂ ਹੁੰਦੀਆਂ ਜਿਸ ਦੇ ਵਿੱਚ ਕੀ ਹੈ ਜੀ ਕੱਚੇ ਮਾਲ ਦਾ ਜੋ ਰੂਪ ਆ ਉਹ ਬਦਲਿਆ ਜਾਂਦਾ, ਅਤੇ ਅੰਤ ਦੇ ਵਿੱਚ ਕੀ ਹੈ ਜੀ ਆਪਾਂ ਨੂੰ ਜੋ ਵਸਤੂ ਨਵੀਂ ਵਸਤੂ ਪ੍ਰਾਪਤ ਹੁੰਦੀ ਹੈ ਉਸ ਨੂੰ ਆਪਾਂ ਆਊਟਪੁੱਟ ਕਹਿੰਦੇ ਹਾਂ, ਠੀਕ ਹੈ ਜੀ। ਇਸ ਤਰ੍ਹਾਂ ਜੋ ਇਹ ਉਦਯੋਗ ਤੰਤਰ ਹੈ ਇਹ ਕੰਮ ਕਰਦਾ। ਇਸ ਦੀ ਹੁਣ ਆਪਾਂ ਇੱਕ ਉਦਾਹਰਨ ਦੇਖ ਲੈਂਦੇ ਹਾਂ। ਜਿਵੇਂ ਕਿ ਜੀ ਆਪਾਂ ਚਮੜਾ ਉਦਯੋਗ ਦੀ ਗੱਲ ਕਰਦੇ ਹਾਂ, ਅਤੇ ਇਸ ਦੇ ਵਿੱਚ ਨਿਵੇਸ਼ ਦੇ ਰੂਪ ਵਿੱਚ ਆ ਜਾਂਦਾ ਹੈ ਜੀ ਚਮੜਾ, ਮਿਹਨਤੀ ਪੂੰਜੀ ਅਤੇ ਮਸ਼ੀਨਾਂ, ਠੀਕ ਹੈ ਜੀ। ਫਿਰ ਪ੍ਰੋਸੈਸ ਆ ਜਾਂਦਾ ਜਿਸ ਦੇ ਵਿੱਚ ਕੀ ਹੈ ਜੀ ਚਮੜੇ ਦੀ ਸਿਲਾਈ ਹੁੰਦੀ ਹੈ ਜੀ, ਕਟਾਈ ਹੁੰਦੀ ਹੈ, ਉਸ ਦੀ ਰੰਗਾਈ ਹੁੰਦੀ ਹੈ, ਇੱਦਾਂ ਦਾ ਸਾਰਾ ਕੰਮ ਆ ਜਾਂਦੇ ਆ। ਅਤੇ ਅੰਤ ਦੇ ਵਿੱਚ ਕੀ ਹੁੰਦਾ ਜੀ ਆਪਾਂ ਨੂੰ ਆਊਟਪੁੱਟ ਮਿਲਦਾ ਹੈ। ਚਮੜੇ ਤੋਂ ਜੋ ਵਸਤੂ ਬਣਾਉਣੀ ਹੈ, ਜਿਵੇਂ ਕਿ ਬੂਟਸ ਬਣਾਏ ਜਾਂਦੇ ਆ ਜੀ, ਜੈਕਟਸ ਬਣਾਈਆਂ ਜਾਂਦੀਆਂ, ਉਹ ਆਪਾਂ ਨੂੰ ਚਮੜੇ ਦੇ ਜੋ ਇਹ ਉਦਯੋਗ ਆ ਜੀ ਉਸ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਜੋ ਇਹ ਇੰਡਸਟਰੀਅਲ ਸਿਸਟਮ ਆ ਉਹ ਕੰਮ ਕਰਦਾ ਹੈ। ਇਸ ਤਰ੍ਹਾਂ ਆਪਾਂ ਜਾਣਿਆ ਕਿ ਇੰਡਸਟਰੀਅਲ ਸਿਸਟਮ ਕਿਹਾ ਕਿਸ ਨੂੰ ਜਾਂਦਾ ਹੈ ਜੀ। ਇੰਡਸਟਰੀਅਲ ਸਿਸਟਮ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਇੰਡਸਟਰੀਅਲ ਰੀਜਨ ਬਾਰੇ, ਯਾਨੀ ਕਿ ਉਦਯੋਗਿਕ ਪ੍ਰਦੇਸ਼ ਕੀ ਹੁੰਦੇ ਨੇ ਇਸ ਦੇ ਬਾਰੇ। ਉਦਯੋਗਿਕ ਪ੍ਰਦੇਸ਼ ਤੋਂ ਭਾਵ ਹੈ ਜੀ ਬਹੁਤ ਸਾਰੇ ਉਦਯੋਗਾਂ ਦਾ ਇੱਕ ਖੇਤਰ ਦੇ ਵਿੱਚ ਸਥਾਪਿਤ ਹੋਣਾ, ਅਤੇ ਉਹ ਸਾਰੇ ਉਦਯੋਗ ਜੀ ਇੱਕ ਦੂਜੇ ਦੇ ਜੋ ਨਜ਼ਦੀਕ ਹੁੰਦੇ ਨੇ ਉਸ ਦਾ ਉਹ ਲਾਭ ਲੈਂਦੇ ਨੇ, ਠੀਕ ਹੈ ਜੀ। ਉਹ ਇੱਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਕੰਮ ਕਰਦੇ ਨੇ। ਇੱਥੇ ਹੁਣ ਸਮਝੋ ਜੀ ਗੱਲ ਨੂੰ। ਉਦਯੋਗਿਕ ਪ੍ਰਦੇਸ਼ ਤੋਂ ਭਾਵ ਹੈ ਜੀ ਇੱਕ ਖੇਤਰ ਦੇ ਵਿੱਚ ਜ਼ਿਆਦਾ ਉਦਯੋਗਾਂ ਦਾ ਲੱਗੇ ਹੋਣਾ, ਠੀਕ ਹੈ ਜੀ। ਜ਼ਿਆਦਾ ਫੈਕਟਰੀਆਂ ਨੇੜੇ ਨੇੜੇ ਲੱਗੀਆਂ ਹੋਣ, ਅਤੇ ਕੀ ਹੈ ਜੀ ਜੋ ਫੈਕਟਰੀਆਂ ਨੇ ਉਹ ਇੱਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਕੰਮ ਕਰਦੀਆਂ ਨੇ। ਉਹ ਇੱਕ ਦੂਜੇ ਦੇ ਜੋ ਮਾਲ ਆ ਜੀ ਕੱਚਾ ਮਾਲ ਆ ਉਸ ਦੀ ਵਰਤੋਂ ਕਰਕੇ ਨਵੀਆਂ ਵਸਤੂਆਂ ਬਣਾਉਂਦੀਆਂ ਨੇ, ਠੀਕ ਆ ਜੀ। ਇਸ ਨੂੰ ਤੁਸੀਂ ਇੱਕ ਉਦਾਹਰਨ ਹੀ ਸਮਝੋ ਕਿ ਇੱਕ ਕੋਈ ਕੰਪਨੀ ਆ ਜੀ, ਇੱਕ ਕੋਈ ਉਦਯੋਗ ਆ ਜੋ ਕੀ ਹੈ ਕਾਗਜ਼ ਬਣਾਉਂਦਾ ਹੈ, ਠੀਕ ਆ ਜੀ। ਉਹ ਕਾਗਜ਼ ਬਣਾ ਦਿੰਦਾ ਹੈ, ਫਿਰ ਕੀ ਉਹ ਕੱਚਾ ਮਾਲ ਕਾਗਜ਼ ਨੂੰ ਕਿਸੇ ਹੋਰ ਨਾਲ ਵਾਲੀ ਜੋ ਫੈਕਟਰੀ ਆ ਉਸ ਨੂੰ ਦੇ ਦਿੰਦਾ। ਉਹ ਅੱਗੇ ਵਾਲੀ ਫੈਕਟਰੀ ਕੀ ਕਰਦੀ ਹੈ ਜੀ ਉਸ ਤੋਂ ਕਾਪੀਆਂ ਬਣਾ ਦਿੰਦੀ ਹੈ, ਉਸ ਤੋਂ ਨੋਟਬੁੱਕਸ ਬਣਾ ਜਾਂਦੀ ਹੈ, ਜਾਂ ਉਹਨੂੰ ਪ੍ਰਿੰਟ ਕਰਕੇ ਜੀ ਕੋਈ ਕਿਤਾਬ ਬਣਾਉਣੀ ਹੁੰਦੀ ਹੈ ਉਹ ਬਣਾ ਦਿੰਦੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਕਿ ਉਹ ਇੱਕ ਦੂਸਰੇ ਦੇ ਪੂਰਕ ਦੇ ਰੂਪ ਵਿੱਚ ਕੰਮ ਕਰਦੇ ਨੇ। ਇੱਕ ਉਦਯੋਗ ਆ ਜੋ ਕਾਗਜ਼ ਬਣਾਉਂਦਾ ਹੈ ਉਹਦਾ ਉਤਪਾਦਨ ਹੋ ਗਿਆ, ਅਤੇ ਜੋ ਉਸ ਦਾ ਉਤਪਾਦਨ ਆ ਜੀ ਉਹ ਇੱਕ ਹੋਰ ਨਵੇਂ ਉਦਯੋਗ ਦੇ ਲਈ ਜਿਸ ਨੇ ਉਸਨੂੰ ਕਾਪੀਆਂ ਬਣਾਉਣੀਆਂ ਜਾਂ ਉਸ ਦੀਆਂ ਕਿਤਾਬਾਂ ਬਣਾਉਣੀਆਂ ਜੀ ਉਸ ਦੇ ਲਈ ਉਹ ਕੱਚੇ ਮਾਲ ਦੇ ਰੂਪ ਵਿੱਚ ਕੰਮ ਕਰਦਾ। ਇਸ ਤਰ੍ਹਾਂ ਇਹ ਦੋਨੇ ਉਦਯੋਗ ਇੱਕ ਦੂਜੇ ਦੇ ਪੂਰਕ ਦੇ ਰੂਪ ਵਿੱਚ ਕੰਮ ਕਰਦੇ ਨੇ, ਠੀਕ ਹੈ ਜੀ। ਉਦਯੋਗਿਕ ਪ੍ਰਦੇਸ਼ ਦੇ ਵਿੱਚ ਇੱਦਾਂ ਹੀ ਜੋ ਸਾਰੇ ਉਦਯੋਗ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲ ਕੋਰਿਲੇਟ ਕਰਕੇ ਕੰਮ ਕਰਦੇ ਨੇ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਜੋ ਵਿਸ਼ਵ ਦੇ ਪ੍ਰਮੁੱਖ ਉਦਯੋਗਿਕ ਪ੍ਰਦੇਸ਼ ਨੇ ਉਹ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਆ ਜਾਂਦੇ ਨੇ। ਉਹ ਆ ਜਾਂਦੇ ਨੇ ਜੀ ਉੱਤਰ ਪੂਰਬੀ ਅਮਰੀਕਾ, ਪੱਛਮੀ ਅਤੇ ਮੱਧ ਯੂਰਪ ਦੇ ਵਿੱਚ ਜੀ, ਪੂਰਬੀ ਯੂਰਪ ਅਤੇ ਪੂਰਬੀ ਏਸ਼ੀਆ ਦੇ ਵਿੱਚ, ਠੀਕ ਹੈ ਜੀ। ਜਿਸ ਤਰ੍ਹਾਂ ਤੁਸੀਂ ਇਹ ਮੈਪ ਦੇਖ ਰਹੇ ਹੋ, ਇਹ ਮੈਪ ਦੇ ਵਿੱਚ ਵੀ ਦਿਖਾਇਆ ਗਿਆ ਜੀ ਕਿ ਵਿਸ਼ਵ ਦੇ ਵੱਖ-ਵੱਖ ਜੋ ਭਾਗ ਨੇ ਉਹਨਾਂ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਜੀ ਕਿਸ-ਕਿਸ ਸਥਾਨ 'ਤੇ ਜੋ ਇਹ ਉਦਯੋਗਿਕ ਪ੍ਰਦੇਸ਼ ਨੇ ਪਾਏ ਜਾਂਦੇ ਨੇ, ਉਹਨੂੰ ਬਲੈਕ ਦੇ ਨਾਲ ਦਿਖਾਇਆ ਗਿਆ ਜੀ, ਠੀਕ ਹੈ ਜੀ। ਜਿੱਥੇ-ਜਿੱਥੇ ਉਦਯੋਗ ਲੱਗੇ ਹੋਏ ਆ, ਅਤੇ ਜੋ ਤੁਸੀਂ ਇਹ ਲਾਈਟ ਕਲਰ 'ਚ ਦੇਖ ਰਹੇ ਹੋ ਇੱਥੇ ਦਿਖਾਇਆ ਗਿਆ ਜੀ ਕਿ ਇਹ ਸਾਰੇ ਖੇਤਰ ਨੂੰ ਉਦਯੋਗਿਕ ਪ੍ਰਦੇਸ਼ ਕਿਹਾ ਜਾਂਦਾ ਹੈ ਜੀ। ਵਿਸ਼ਵ ਦੇ ਜੋ ਮੁੱਖ ਉਦਯੋਗਿਕ ਪ੍ਰਦੇਸ਼ ਆ ਜੀ ਇਹ ਸ਼ੀਤ ਊਸ਼ਣ ਕਟੀਬੱਧੀ ਖੇਤਰ, ਸਮੁੰਦਰੀ ਤੱਟ ਅਤੇ ਵਿਸ਼ੇਸ਼ ਤੌਰ 'ਤੇ ਕੋਲੇ ਦੇ ਭੰਡਾਰਾਂ ਦੇ ਨਿਕਟ ਲਗਾਏ ਜਾਂਦੇ ਨੇ। ਇਹ ਜੋ ਤੁਸੀਂ ਮੈਪ ਦੇਖਿਆ ਜੀ ਇਸ ਨੂੰ ਤੁਸੀਂ PDF ਫਾਈਲ ਦੇ ਵਿੱਚ ਵਧੀਆ ਤਰੀਕੇ ਰੀਡ ਕਰ ਲੈਣਾ ਜੀ, ਦੇਖ ਲੈਣਾ ਕਿ ਕਿਹੜੇ-ਕਿਹੜੇ ਕੰਟੀਨੈਂਟ ਦੇ ਵਿੱਚ ਕਿਸ-ਕਿਸ ਸਥਾਨ 'ਤੇ ਕਿਹੜੇ ਉਦਯੋਗ ਲੱਗੇ ਹੋਏ ਆ ਜੀ, ਕਿੱਥੇ-ਕਿੱਥੇ ਉਦਯੋਗਿਕ ਪ੍ਰਦੇਸ਼ ਦਿਖਾਏ ਗਏ ਆ, ਠੀਕ ਹੈ ਜੀ। ਇਸ ਲਈ ਕੀ ਹੈ ਕਿ ਤੁਸੀਂ ਜੋ ਪੰਜਾਬ ਐਜੂਕੇਸ਼ਨ ਚੈਨਲ ਹੈ ਜੀ ਇਸ ਨੂੰ ਟੈਲੀਗ੍ਰਾਮ 'ਤੇ ਜ਼ਰੂਰ ਜੁਆਇਨ ਕਰ ਲਓ ਤਾਂ ਕਿ ਤੁਸੀਂ ਸਾਰੀਆਂ ਵੀਡੀਓ ਦੇ ਜੋ PDF ਆ ਜੀ ਉਹਨਾਂ ਨੂੰ ਲੈ ਸਕੋ, ਠੀਕ ਹੈ ਜੀ। ਹੁਣ ਆਪਾਂ ਵੇਖ ਲੈਂਦੇ ਹਾਂ ਕਿ ਭਾਰਤ ਦੇ ਵਿੱਚ ਜੋ ਉਦਯੋਗਿਕ ਪ੍ਰਦੇਸ਼ ਨੇ ਇਹ ਕਿਹੜੇ-ਕਿਹੜੇ ਨੇ। ਪਹਿਲਾ ਆ ਜਾਂਦਾ ਹੈ ਜੀ ਮੁੰਬਈ ਪੂਨਾ ਉਦਯੋਗਿਕ ਪ੍ਰਦੇਸ਼, ਫਿਰ ਆ ਜਾਂਦਾ ਹੈ ਜੀ ਬੰਗਲੌਰ, ਫਿਰ ਆ ਜਾਂਦਾ ਜੀ ਤਾਮਿਲਨਾਡੂ, ਹੁਗਲੀ, ਅਹਿਮਦਾਬਾਦ, ਵਡੋਦਰਾ ਉਦਯੋਗਿਕ ਪ੍ਰਦੇਸ਼, ਛੋਟਾ ਨਾਗਪੁਰ, ਵਿਸ਼ਾਖਾਪਟਨਮ, ਗੁੰਟੂਰ ਉਦਯੋਗਿਕ ਪ੍ਰਦੇਸ਼, ਫਿਰ ਆ ਜਾਂਦਾ ਹੈ ਜੀ ਗੁੜਗਾਂਵ, ਦਿੱਲੀ, ਮੇਰਠ ਉਦਯੋਗਿਕ ਪ੍ਰਦੇਸ਼, ਅਤੇ ਲਾਸਟ ਆ ਜਾਂਦਾ ਹੈ ਜੀ ਕੋਲਮ ਅਤੇ ਤਿਰਵੰਤਪੁਰਮ ਉਦਯੋਗਿਕ ਪ੍ਰਦੇਸ਼। ਇਹ ਜੋ ਉਦਯੋਗਿਕ ਪ੍ਰਦੇਸ਼ ਭਾਰਤ ਦੇ ਵਿੱਚ ਪਾਏ ਜਾਂਦੇ ਆ ਜੀ ਇਹਨਾਂ ਦੇ ਨਾਮ ਤੁਸੀਂ ਚੇਤੇ ਰੱਖ ਲੈਣਾ। ਇਹਨਾਂ ਦੇ ਬਾਰੇ ਕਈ ਵਾਰ ਆਪਣੇ ਤੋਂ ਪ੍ਰਸ਼ਨ ਪੁੱਛ ਲਏ ਜਾਂਦੇ ਨੇ, ਅਤੇ ਵੈਸੇ ਵੀ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਜੋ ਉਦਯੋਗਿਕ ਪ੍ਰਦੇਸ਼ ਨੇ ਉਹ ਭਾਰਤ ਦੇ ਵਿੱਚ ਪਾਏ ਜਾਂਦੇ ਨੇ। ਹੁਣ ਆਪਾਂ ਪੜ੍ਹਦੇ ਹਾਂ ਜੀ ਉਦਯੋਗਿਕ ਦੁਰਘਟਨਾਵਾਂ ਨੂੰ, ਯਾਨੀ ਕਿ ਜੋ ਹਾਦਸੇ ਜੀ ਜਿਵੇਂ
ਆਮ ਜੀਵਨ ਦੇ ਵਿੱਚ ਹੁੰਦੇ ਰਹਿੰਦੇ ਨੇ। ਕਈ ਵਾਰ ਭੁਚਾਲ ਆ ਜਾਂਦਾ ਹੈ ਜੀ, ਤੂਫਾਨ ਆ ਜਾਂਦਾ ਹੈ, ਕਈ ਜਗ੍ਹਾ 'ਤੇ ਬੱਦਲ ਪਾਟ ਜਾਂਦੇ ਨੇ। ਇਸ ਤਰ੍ਹਾਂ ਦੀਆਂ ਜੋ ਦੁਰਘਟਨਾਵਾਂ ਜੀ ਕੁਦਰਤੀ ਰੂਪ ਵਿੱਚ ਹੁੰਦੀਆਂ, ਉਸੇ ਤਰ੍ਹਾਂ ਉਦਯੋਗਾਂ ਦੇ ਵਿੱਚ ਵੀ ਕੁਦਰਤ ਦੁਰਘਟਨਾਵਾਂ ਹੋ ਜਾਂਦੀਆਂ ਨੇ। ਉਦਯੋਗਾਂ ਦੇ ਵਿੱਚ ਦੁਰਘਟਨਾਵਾਂ ਕਿਵੇਂ ਹੋ ਜਾਂਦੀਆਂ ਨੇ ਜੀ, ਇੱਕ ਆਪਾਂ ਦੁਰਘਟਨਾ ਬਾਰੇ ਪੜ੍ਹਾਂਗੇ ਵੀ, ਅਤੇ ਇਹਨਾਂ ਤੋਂ ਬਚਾਅ ਦੇ ਕੀ ਤਰੀਕੇ ਹੋ ਸਕਦੇ ਆ, ਉਹ ਸਭ ਪੁਆਇੰਟਸ ਨੂੰ ਹੁਣ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਉਦਯੋਗਿਕ ਦੁਰਘਟਨਾਵਾਂ ਜੀ ਕਈ ਵਾਰ ਤਕਨੀਕੀ ਖਰਾਬੀ ਕਰਕੇ ਜਾਂ ਫਿਰ ਖਤਰਨਾਕ ਕੱਚੇ ਮਾਲ ਦੀ ਸਹੀ ਤਰੀਕੇ ਵਰਤੋਂ ਨਾ ਹੋਣ ਕਰਕੇ ਹੋ ਜਾਂਦੇ ਨੇ, ਠੀਕ ਹੈ ਜੀ। ਅਤੇ ਕਈ ਵਾਰ ਇਹ ਕੁਦਰਤੀ ਘਟਨਾਵਾਂ ਕਰਕੇ ਵੀ ਹੋ ਜਾਂਦੇ ਨੇ। ਜੇਕਰ ਮੰਨ ਲਓ ਕਿ ਕਿਸੇ ਜਗ੍ਹਾ 'ਤੇ ਭੂਚਾਲ ਆ ਗਿਆ ਜਾਂ ਜ਼ਮੀਨ ਫਟ ਗਈ, ਤਾਂ ਉੱਥੇ ਜੇਕਰ ਕੋਈ ਫੈਕਟਰੀ ਲੱਗੀ ਹੋਈ ਹੈ ਤਾਂ ਆਟੋਮੈਟਿਕਲੀ ਉੱਥੇ ਵੀ ਦੁਰਘਟਨਾ ਹੋ ਹੀ ਜਾਏਗੀ। ਇੱਥੇ ਹੁਣ ਆਪਾਂ ਇੱਕ ਦੁਰਘਟਨਾ ਬਾਰੇ ਗੱਲ ਕਰਦੇ ਹਾਂ ਜੀ, ਜਿਹੜੀ ਕਿ ਹੋਈ ਸੀ ਭੋਪਾਲ ਦੇ ਵਿੱਚ, ਜਿਸ ਨੂੰ ਭੋਪਾਲ ਗੈਸ ਤਰਾਸਦੀ ਕਿਹਾ ਜਾਂਦਾ ਹੈ ਜੀ। 1984 ਦੀ ਇਹ ਘਟਨਾ ਗੀ। ਹੁਣ ਆਪਾਂ ਪੜ੍ਹਾਂਗੇ ਜੀ ਕਿ ਜੋ ਇਹ ਭੋਪਾਲ ਗੈਸ ਤਰਾਸਦੀ ਹੈ, ਇਹ ਕਿਵੇਂ ਹੋਈ, ਕੀ ਇਹਦੇ ਕਾਰਨ ਸੀ ਅਤੇ ਕਿੰਨੇ ਲੋਕਾਂ ਦੀ ਇਸ ਦੇ ਵਿੱਚ ਜੋ ਮੌਤ ਹੋ ਗਈ ਸੀ। ਜੋ ਭੋਪਾਲ ਗੈਸ ਤਰਾਸਦੀ ਹੈ ਜੀ, ਇਹ ਹੋਈ ਹੈ 1984 ਦੇ ਵਿੱਚ। 3 ਦਸੰਬਰ 1984 ਦੀ ਰਾਤ ਨੂੰ ਜੀ 12:30 ਵਜੇ ਇਹ ਦੁਰਘਟਨਾ ਹੋਈ। ਇਸ ਦੇ ਵਿੱਚ ਕੀ ਹੋਇਆ ਜੀ ਕਿ ਇੱਕ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਕੰਪਨੀ ਸੀ, ਉਸ ਦਾ ਜੀ ਇੱਕ ਪਲਾਟ ਲੱਗਿਆ ਹੋਇਆ ਸੀ, ਉਸਦੀ ਇੱਕ ਫੈਕਟਰੀ ਲੱਗੀ ਹੋਈ ਸੀ, ਕੀਟਨਾਸ਼ਕ ਉਤਪਾਦਕ ਫੈਕਟਰੀ, ਠੀਕ ਹੈ ਜੀ, ਜਿੱਥੇ ਪੈਸਟੀਸਾਈਡਸ ਬਣਦੇ ਆ, ਜੋ ਦਵਾਈਆਂ ਦੀ ਜੋ ਰੇ ਸਪਰੇਅ ਆਪਾਂ ਵਰਤਦੇ ਹਾਂ ਫਸਲਾਂ ਦੇ ਉੱਪਰ, ਉਹ ਸਪਰੇਅ ਬਣਾਉਣ ਦੀ ਉਹ ਸਾਰੀ ਜੋ ਫੈਕਟਰੀ ਸੀ। ਇਸ ਦੇ ਵਿੱਚੋਂ ਕੀ ਹੈ ਜੀ ਕਿ ਹਾਈਡਰੋਜਨ ਸਾਇਨਾਈਟ ਅਤੇ ਇੱਕ ਬਹੁਤ ਹੀ ਜ਼ਿਆਦਾ ਜ਼ਹਿਰੀਲੀ ਗੈਸ ਆ ਜਾਂਦੀ ਹੈ ਜੀ, ਮੈਥਾਈਲ ਆਈਸੋਸਾਇਨਾਈਟ। ਇਹ ਦੋ ਜੋ ਗੈਸਾਂ ਜੀ, ਇਹਨਾਂ ਦਾ ਰਿਸਾਵ ਹੋਇਆ, ਯਾਨੀ ਕਿ ਉਹ ਲੀਕੇਜ ਹੋਣ ਲੱਗ ਗਈ, ਉਹਨਾਂ ਦੀ ਉਹ ਜੋ ਹਵਾ ਦੇ ਵਿੱਚ ਆ ਉਹ ਮਿਲਣ ਲੱਗ ਗਈਆਂ, ਜਿਸ ਕਾਰਨ ਜੀ ਬਹੁਤ ਸਾਰੇ ਜੋ ਲੋਕਾਂ ਦੀ ਮੌਤ ਹੋ ਗਈ। ਜਿਸ ਤਰ੍ਹਾਂ ਤੁਸੀਂ ਆ ਪਿਕਚਰਸ ਵੀ ਦੇਖ ਰਹੇ ਹੋ ਜੀ, ਇਹ ਸਾਰੀਆਂ ਭੋਪਾਲ ਗੈਸ ਕਾਂਡ ਦੀਆਂ ਹੀ ਬਣੀਆਂ ਹੋਈਆਂ। ਜੇਕਰ ਗੱਲ ਕਰੀਏ ਕਿ ਕਿੰਨੇ ਲੋਕ ਮਾਰੇ ਗਏ, ਤਾਂ ਸਰਕਾਰੀ ਸੂਚਨਾ ਦੇ ਅਨੁਸਾਰ ਜੀ ਜੋ 1989 ਦੇ ਵਿੱਚ ਹੋਈ ਹੈ, ਉਸ ਦੇ ਅਨੁਸਾਰ ਜੀ 35,598 ਲੋਕਾਂ ਦੀ ਇੱਥੇ ਮੌਤ ਹੋ ਗਈ ਸੀ। ਤੁਸੀਂ ਆਪ ਅੰਦਾਜ਼ਾ ਲਗਾ ਲਓ ਜੀ ਕਿ ਕਿੰਨਾ ਖਤਰਨਾਕ ਇਹ ਸਾਰੀ ਜੋ ਘਟਨਾ ਹੋਈ ਹੋਏਗੀ, ਦੁਰਘਟਨਾ ਹੋਈ ਹੋਏਗੀ, ਜਿਸ ਦੇ ਵਿੱਚ ਜੋ ਇੰਨੇ ਲੋਕ ਆ ਉਹ ਮਾਰੇ ਗਏ। ਅਤੇ ਜੋ ਲੋਕ ਜੀ ਇਸ ਦੁਰਘਟਨਾ ਦੇ ਵਿੱਚ ਬਚ ਗਏ, ਉਹਨਾਂ ਨੂੰ ਇੰਨੀਆਂ ਘਾਤਕ ਬਿਮਾਰੀਆਂ ਲੱਗ ਗਈਆਂ, ਜਿਵੇਂ ਕਿ ਅੰਨਾਪਣ ਹੋ ਗਿਆ ਜੀ, ਕਿਸੇ ਨੂੰ ਕੋਈ ਅਪਾਹਿਜ ਹੋ ਗਿਆ, ਅਤੇ ਸਾਹ ਦੇ ਰੋਗ ਲੱਗ ਗਏ। ਅਤੇ ਅੱਜ ਵੀ ਜੋ ਉੱਥੇ ਬੱਚੇ ਪੈਦਾ ਹੁੰਦੇ ਆ ਜੀ, ਜੋ ਜਨਰੇਸ਼ਨਸ ਨੇ ਨਵੇਂ ਵਾਲੀਆਂ, ਉਹਨਾਂ ਦੇ ਵਿੱਚ ਵੀ ਜੋ ਇਹ ਗੈਸਾਂ ਜੀ, ਉਹਨਾਂ ਦੇ ਕਰਕੇ ਬਿਮਾਰੀਆਂ ਆ ਰਹੀਆਂ ਨੇ, ਉਹਨਾਂ ਵੀ ਕਈ ਪ੍ਰਕਾਰ ਦੇ ਰੋਗ ਲੱਗ ਰਹੇ ਨੇ। ਇਸ ਤਰ੍ਹਾਂ ਜੀ ਜੋ ਦੁਰਘਟਨਾਵਾਂ ਇਹ ਉਦਯੋਗਾਂ ਦੇ ਵਿੱਚ ਹੁੰਦੀਆਂ, ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸਿੱਧ ਹੁੰਦੀਆਂ ਨੇ। ਹੁਣ ਆਪਾਂ ਵੇਖਦੇ ਹਾਂ ਜੀ ਕਿ ਇਹਨਾਂ ਤੋਂ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਹ ਤਾਂ ਆਪਾਂ ਜਾਣ ਲਿਆ ਜੀ ਕਿ ਜੋ ਉਦਯੋਗਿਕ ਦੁਰਘਟਨਾਵਾਂ ਨੇ ਕਿੰਨੀਆਂ ਜ਼ਿਆਦਾ ਖਤਰਨਾਕ ਹੋ ਸਕਦੀਆਂ ਨੇ। ਹੁਣ ਆਪਾਂ ਵੇਖਦੇ ਹਾਂ ਜੀ ਕਿ ਇਹਨਾਂ ਜੋ ਦੁਰਘਟਨਾਵਾਂ ਜੀ, ਇਹਨਾਂ ਨੂੰ ਆਪਾਂ ਬਚਾਅ ਰੱਖਣ ਲਈ ਕੀ ਕਦਮ ਚੱਕ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆ ਜਾਂਦਾ ਹੈ ਜੀ ਕਿ ਜੋ ਉਦਯੋਗ ਹੈ, ਇਹਨਾਂ ਨੂੰ ਸੰਘਣੀ ਆਬਾਦੀ ਤੋਂ ਦੂਰ ਲਗਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਜੋ ਇਹ ਭੋਪਾਲ ਗੈਸ ਕਾਂਡ ਹੋਇਆ ਸੀ ਜੀ, ਇਸ ਸਮੇਂ ਜੋ ਫੈਕਟਰੀ ਲੱਗੀ ਸੀ, ਉਸ ਦਾ ਜੋ 8 ਕਿਲੋਮੀਟਰ ਦਾ ਘੇਰਾ ਸੀ ਜੀ, ਜੋ 8 ਕਿਲੋਮੀਟਰ ਦਾ ਰੇਡੀਅਸ ਸੀ, ਉਸ ਸਾਰੇ ਘੇਰੇ ਦੇ ਵਿੱਚ ਜੋ ਇਹ ਗੈਸ ਫੈਲ ਗਈ ਸੀ, ਜ਼ਹਿਰੀਲੀ ਗੈਸ, ਜਿਸ ਕਰਕੇ ਬਹੁਤ ਲੋਕ ਮਾਰੇ ਗਏ। ਜੇਕਰ ਉਹ ਫੈਕਟਰੀ ਜੀ ਜ਼ਿਆਦਾ ਦੂਰੀ 'ਤੇ ਹੁੰਦੀ, ਉਹ ਲੋਕਾਂ ਦੇ ਨਜ਼ਦੀਕ ਨਾ ਹੁੰਦੀ, ਤਾਂ ਸ਼ਾਇਦ ਬਹੁਤ ਹੀ ਘੱਟ ਨੁਕਸਾਨ ਹੋਣਾ ਸੀ, ਇੰਨਾ ਨੁਕਸਾਨ ਨਾ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਉਦਯੋਗਾਂ ਨੂੰ ਦੂਰ ਲਗਾਉਣਾ ਚਾਹੀਦਾ ਹੈ। ਦੂਸਰਾ ਆ ਜਾਂਦਾ ਹੈ ਜੀ ਕਿ ਅੱਗ ਦੀ ਚੇਤਾਵਨੀ ਅਤੇ ਅੱਗ ਨੂੰ ਬਚਾਉਣ ਦੇ ਲਈ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ। ਜੋ ਫਾਇਰ ਅਲਾਰਮ ਲਗਾਏ ਜਾਂਦੇ ਆ ਜੀ, ਉਹਨਾਂ ਦਾ ਸਮੇਂ-ਸਮੇਂ 'ਤੇ ਜਾਂਚ ਹੋਣੀ ਚਾਹੀਦੀ ਹੈ, ਉਹ ਸਹੀ ਕੰਮ ਕਰਨ, ਅਤੇ ਅੱਗ ਨੂੰ ਬੁਝਾਉਣ ਦੇ ਲਈ ਵੀ ਉਚਿਤ ਪ੍ਰਬੰਧ ਵੀ ਹੋਣੇ ਚਾਹੀਦੇ ਹੈ, ਅਤੇ ਉੱਥੇ ਜੋ ਵਿਅਕਤੀ ਕੰਮ ਕਰਦੇ ਆ ਜੀ, ਉਹਨਾਂ ਨੂੰ ਉਚਿਤ ਟ੍ਰੇਨਿੰਗ ਵੀ ਦੇਣੀ ਚਾਹੀਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆ ਜਾਂਦਾ ਹੈ ਜੇ ਕਿ ਜੋ ਜ਼ਹਿਰੀਲੇ ਪਦਾਰਥ ਆ, ਇਹਨਾਂ ਦੇ ਭੰਡਾਰਨ ਕਰਨ ਦੀ ਇੱਕ ਸੀਮਾ ਨਿਰਧਾਰਿਤ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਜੋ ਪੈਸਟੀਸਾਈਡਸ ਕੰਪਨੀ ਹੈ ਜੀ, ਉਹਨਾਂ ਦੇ ਵਿੱਚ ਹੁਣ ਜੋ ਸਪਰੇਅ ਬਣਦੀ ਹੈ ਜੀ, ਉਹ ਜ਼ਹਿਰੀ ਹੁੰਦੀ ਹੈ, ਠੀਕ ਹੈ ਜੀ। ਉਸ ਦੇ ਵਿੱਚ ਬਹੁਤ ਜ਼ਹਿਰੀਲੀਆਂ ਜੋ ਪਦਾਰਥ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਉਹਨਾਂ ਦੀ ਜੀ ਇੱਕ ਸੀਮਾ ਤੱਕ ਹੀ ਉਹਨਾਂ ਨੂੰ ਉੱਥੇ ਸਟੋਰ ਕੀਤਾ ਜਾਵੇ ਕੰਪਨੀ ਦੇ ਵਿੱਚ, ਫੈਕਟਰੀ ਦੇ ਵਿੱਚ ਸੌਰੀ, ਤਾਂ ਉਸ ਤਰ੍ਹਾਂ ਕੀ ਹੈ ਜੀ, ਜੇਕਰ ਇਨ ਕੇਸ ਕੋਈ ਦੁਰਘਟਨਾ ਹੁੰਦੀ ਵੀ ਹੈ ਤਾਂ ਘੱਟ ਨੁਕਸਾਨ ਹੋਏਗਾ, ਜੇਕਰ ਉਹ ਇੱਕ ਲਿਮਟਿਡ ਮਾਤਰਾ ਦੇ ਵਿੱਚ ਹੋਵੇਗੀ, ਠੀਕ ਹੈ ਜੀ। ਜ਼ਹਿਰ ਉੱਥੇ ਇੱਕ ਲਿਮਟਿਡ ਮਾਤਰਾ ਦੇ ਵਿੱਚ ਹੀ ਰੱਖੀ ਜਾਏਗੀ, ਠੀਕ ਹੈ। ਇਸ ਤਰ੍ਹਾਂ ਉਸ ਦਾ ਜੋ ਭੰਡਾਰ ਆ ਵੀ ਉਸਨੂੰ ਵੀ ਸੀਮਿਤ ਰੱਖਣਾ ਚਾਹੀਦਾ। ਇਸ ਤੋਂ ਬਾਅਦ ਆ ਜਾਂਦਾ ਹੈ ਜੀ ਕਿ ਉਦਯੋਗਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਯਤਨ ਕਰਨੇ ਚਾਹੀਦੇ ਨੇ। ਇਹ ਨਹੀਂ ਕਿ ਉਦਯੋਗ ਜੀ ਸਿਰਫ ਦੁਰਘਟਨਾਵਾਂ ਕਰਕੇ ਹੀ ਨੁਕਸਾਨ ਕਰਦੇ ਨੇ, ਉਹ ਪ੍ਰਦੂਸ਼ਣ ਕਰਕੇ ਵੀ ਬਹੁਤ ਨੁਕਸਾਨ ਕਰਦੇ ਨੇ। ਇਸ ਲਈ ਕੀ ਹੈ ਜੀ ਕਿ ਉਦਯੋਗਾਂ ਨੂੰ ਜੋ ਪ੍ਰਦੂਸ਼ਣ ਨੂੰ ਉਹਨਾਂ ਦੇ ਨੂੰ ਘੱਟ ਕਰਨ ਦੇ ਲਈ ਵੀ ਕੁਝ ਨਾ ਕੁਝ ਯਤਨ ਕਰਨੇ ਚਾਹੀਦੇ ਨੇ, ਤਾਂ ਕਿ ਲੋਕਾਂ ਦਾ ਇਸ ਨਾਲ ਨੁਕਸਾਨ ਨਾ ਹੋਵੇ। ਫਿਰ ਆ ਜਾਂਦਾ ਹੈ ਜੀ ਕਿ ਜੋ ਉਦਯੋਗਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ, ਉਹਨਾਂ ਨੂੰ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਦੇ ਲਈ ਟ੍ਰੇਨਿੰਗ ਦੇਣੀ ਚਾਹੀਦੀ ਹੈ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਨ ਕੇਸ ਜੇਕਰ ਇਹ ਹੋ ਜਾਂਦਾ ਹੈ ਤਾਂ ਆਪਾਂ ਨੂੰ ਉਸ ਦੇ ਬਚਾਅ ਲਈ ਇੱਦਾਂ ਦਾ ਜੋ ਕੰਮ ਕਰਨਾ ਚਾਹੀਦਾ ਹੈ। ਇਹ ਟ੍ਰੇਨਿੰਗਸ ਵੈਸੇ ਕੀਤੀਆਂ ਜਾਂਦੀਆਂ ਜੀ ਵੱਖ-ਵੱਖ ਕੰਪਨੀਜ਼ ਦੇ ਵਿੱਚ, ਅਤੇ ਇਹ ਕੰਪਲਸਰੀ ਵੀ ਨੇ ਬਣ ਜਾਂਦੀਆਂ, ਕਿਉਂਕਿ ਇਸ ਟ੍ਰੇਨਿੰਗ ਨਾਲ ਹੀ ਵੱਡੀਆਂ ਵੱਡੀਆਂ ਦੁਰਘਟਨਾਵਾਂ ਸਮੇਂ ਜੋ ਨੁਕਸਾਨ ਹੈ ਜੀ, ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਬਚਾਅ ਨੂੰ ਵਧਾਇਆ ਜਾ ਸਕਦਾ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਦੁਨੀਆ ਦੇ ਪ੍ਰਮੁੱਖ ਉਦਯੋਗ ਅਤੇ ਉਹਨਾਂ ਦੀ ਵਿਸ਼ਵ ਦੇ ਵਿੱਚ ਵੰਡ।
ਦੁਨੀਆ ਦੇ ਜੋ ਪ੍ਰਮੁੱਖ ਉਦਯੋਗ ਆ ਜਾਂਦੇ ਆ ਜੀ, ਇਸ ਦੇ ਵਿੱਚ ਆ ਜਾਂਦਾ ਹੈ ਲੋਹ ਇਸਪਾਤ ਉਦਯੋਗ, ਸੂਤੀ ਕੱਪੜਾ ਉਦਯੋਗ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਉਦਯੋਗ, ਜਿਸ ਨੂੰ ਆਪਾਂ IT ਸੈਕਟਰ ਦੇ ਨਾਮ ਨਾਲ ਜਾਣਦੇ ਹਾਂ। ਜੋ ਲੋਹਾ ਇਸਪਾਤ ਉਦਯੋਗ ਆ ਅਤੇ ਕੱਪੜਾ ਉਦਯੋਗ ਆ ਜੀ, ਇਹ ਬਹੁਤ ਹੀ ਪੁਰਾਣੇ ਉਦਯੋਗ ਨੇ, ਇਹ ਬਹੁਤ ਜ਼ਿਆਦਾ ਸਮੇਂ ਤੋਂ ਚੱਲਦੇ ਆ ਰਹੇ ਨੇ। ਜਦੋਂ ਕਿ ਜੋ IT ਸੈਕਟਰ ਹੈ ਜੀ, ਇਹ ਇੱਕ ਨਵਾਂ ਉਦਯੋਗ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇੱਥੇ ਜੀ ਇੱਕ ਨਵੀਂ ਪਰਿਭਾਸ਼ਾ ਆ ਜਾਂਦੀ ਹੈ ਸਨਰਾਈਜ਼ ਇੰਡਸਟਰੀਜ਼ ਦੀ। ਇਹ ਕੀ ਹੁੰਦੀਆਂ, ਇਸ ਦੇ ਬਾਰੇ ਆਪਾਂ ਜਾਣ ਲੈਂਦੇ ਹਾਂ। ਉਹ ਉਦਯੋਗ ਜੀ ਜੋ ਅਜੇ ਨਵੇਂ ਉੱਭਰ ਰਹੇ ਹਨ, ਜੋ ਨਵੇਂ ਸਟਾਰਟਅਪ ਹਾਲੇ ਚੱਲ ਰਹੇ ਨੇ ਜੀ, ਹਾਲੇ ਹੁਣੇ ਸਟਾਰਟ ਹੋਏ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਸਨਰਾਈਜ਼ ਇੰਡਸਟਰੀਜ਼। ਇਸ ਦੀਆਂ ਉਦਾਹਰਨ ਦੇਖ ਲੈਂਦੇ ਹਾਂ। ਜਿਵੇਂ ਆ ਜਾਂਦਾ ਹੈ ਜੀ ਹਾਈਡਰੋਜਨ ਫਿਊਲ ਪ੍ਰੋਡਕਸ਼ਨ। ਹਾਈਡਰੋਜਨ ਨੂੰ ਜੀ ਫਿਊਲ ਦੇ ਰੂਪ ਵਿੱਚ ਵਰਤਣ ਲਈ ਜੋ ਇੱਕ ਇਹ ਉਦਯੋਗ ਬਣਾਇਆ ਗਿਆ, ਇਸ ਨੂੰ ਕਿਹਾ ਜਾਂਦਾ ਹੈ ਜੀ ਹਾਈਡਰੋਜਨ ਫਿਊਲ ਪ੍ਰੋਡਕਸ਼ਨ। ਦੂਸਰਾ ਆ ਜਾਂਦਾ ਹੈ ਜੀ ਸਪੇਸ ਟੂਰਿਜ਼ਮ। ਸਪੇਸ ਟੂਰਿਜ਼ਮ 'ਤੇ ਜੀ ਹੁਣ ਬਹੁਤ ਹੀ ਜ਼ਿਆਦਾ ਰਿਸਰਚ ਕੀਤੀ ਜਾ ਰਹੀ ਹੈ, ਬਹੁਤ ਜ਼ਿਆਦਾ ਪੈਸਾ ਲਗਾਇਆ ਜਾ ਰਿਹਾ। ਜਿਵੇਂ ਕਿ ਦੋ ਮੁੱਖ ਕੰਪਨੀਆਂ ਆ ਜਾਂਦੀਆਂ ਜੀ, ਇਸ ਦੇ ਵਿੱਚ ਆ ਜਾਂਦੀ ਹੈ ਬਲੂ ਓਰੀਜਨ ਅਤੇ ਸਪੇਸ ਐਕਸ। ਜੋ ਸਪੇਸ ਐਕਸ ਹੈ ਜੀ, ਉਹ ਹੈਗੀ ਆ ਐਲੋਨ ਮਸਕ ਦੀ, ਜਿਸ ਦੀ ਟੈਸਲਾ ਕੰਪਨੀ ਹੈ ਜੀ, ਆਟੋਮੈਟਿਕ ਕਾਰ ਚੱਲਣ ਵਾਲੀ ਜੋ ਇੱਕ EV ਕੰਪਨੀ ਹੈ, ਠੀਕ ਹੈ ਜੀ, ਇੱਕ ਇਲੈਕਟ੍ਰਿਕ ਵਹੀਕਲ ਵਾਲੀ ਉਹ ਕੰਪਨੀ ਹੈ। ਅਤੇ ਜੋ ਬਲੂ ਓਰੀਜਨ ਹੈ ਜੀ, ਇਹ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੇ ਦੁਆਰਾ ਚਲਾਈ ਜਾਣ ਵਾਲੀ ਇੱਕ ਕੰਪਨੀ ਹੈ। ਇਸ ਦੇ ਨਾਲ ਕੀ ਹੈ ਜੀ ਕਿ ਸਪੇਸ ਦੇ ਵਿੱਚ ਟੂਰਿਸਟਾਂ ਨੂੰ ਲਿਜਾਇਆ ਜਾਏਗਾ, ਉਹਨਾਂ ਨੂੰ ਸਪੇਸ ਦਾ ਚੱਕਰ ਲਵਾਇਆ ਜਾਏਗਾ, ਠੀਕ ਹੈ ਜੀ। ਹੁਣੇ ਬਲੂ ਓਰੀਜਨ ਦੇ ਟੈਸਟਿੰਗ ਵੀ ਹੋ ਕੇ ਹਟੀ ਹੈ 1-2 ਵੀਕ ਪਹਿਲਾਂ। ਉਦੋਂ ਅਸੀਂ ਦੱਸਣਾ ਹੈ ਜੀ ਕਿ ਜੋ ਬਲੂ ਓਰੀਜਨ ਕੰਪਨੀ ਹੈ ਉਹ ਕਿਸ ਵਿਅਕਤੀ ਦੀ ਹੈ, ਠੀਕ ਹੈ ਜੀ। ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ, ਤਾਂ ਇਸ ਨਾਮ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ, ਇਸ ਗੱਲ ਤੋਂ ਪਤਾ ਲੱਗ ਜਾਣਾ ਚਾਹੀਦਾ ਕਿ ਉਹ ਵਿਅਕਤੀ ਦਾ ਕੀ ਨਾਮ ਆ। ਇਹ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਹੈ, ਠੀਕ ਹੈ ਜੀ। ਇਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਨਰਾਈਜ਼ਡ ਇੰਡਸਟਰੀਜ਼ ਕਿਹੜੀਆਂ ਹੁੰਦੀਆਂ, ਜਿਹੜੇ ਉਦਯੋਗ ਹਾਲੇ ਨਵੇਂ ਸ਼ੁਰੂ ਹੋਏ ਆ, ਜੋ ਇੰਨੇ ਜ਼ਿਆਦਾ ਪ੍ਰਚਲਿਤ ਨਹੀਂ ਨੇ, ਠੀਕ ਹੈ ਜੀ, ਉਹਨਾਂ ਨੂੰ ਕਿਹਾ ਜਾਂਦਾ ਹੈ ਸਨਰਾਈਜ਼ ਇੰਡਸਟਰੀਜ਼। ਹੁਣ ਆਪਾਂ ਵੇਖਦੇ ਹਾਂ ਜੀ ਕੱਪੜਾ ਉਦਯੋਗ ਦੇ ਮੁੱਖ ਕੇਂਦਰ ਵਿਸ਼ਵ ਦੇ ਵਿੱਚ ਕਿਹੜੇ ਸਥਾਨ 'ਤੇ ਨੇ। ਇਹ ਆ ਜਾਂਦਾ ਹੈ ਜੀ ਭਾਰਤ ਦੇ ਵਿੱਚ, ਹਾਂਗਕਾਂਗ ਦੇ ਵਿੱਚ, ਦੱਖਣੀ ਕੋਰੀਆ, ਜਾਪਾਨ ਅਤੇ ਤਾਈਵਾਨ। ਭਾਰਤ, ਹਾਂਗਕਾਂਗ, ਦੱਖਣੀ ਕੋਰੀਆ, ਜਾਪਾਨ ਅਤੇ ਤਾਈਵਾਨ, ਇਹ ਨੇ ਜੀ ਜੋ ਕੱਪੜਾ ਉਦਯੋਗ ਦੇ ਵਿੱਚ ਮੁੱਖ ਕੇਂਦਰ ਆ ਜਾਂਦੇ ਨੇ ਵਿਸ਼ਵ ਦੇ ਵਿੱਚ। ਹੁਣ ਆਪਾਂ ਦੇਖਦੇ ਹਾਂ ਜੀ ਕਿ ਲੋਹ ਇਸਪਾਤ ਦੇ ਵਿੱਚ ਕਿਹੜੇ ਮੁੱਖ ਕੇਂਦਰ ਆ ਜਾਂਦੇ ਨੇ ਵਿਸ਼ਵ ਦੇ। ਇਹ ਆ ਜਾਂਦਾ ਹੈ ਜੀ ਜਰਮਨੀ, USA, ਚੀਨ, ਜਾਪਾਨ ਅਤੇ ਰੂਸ। ਇਹ ਦੇਸ਼ ਆ ਜਾਂਦੇ ਨੇ ਜੋ ਵੱਧ ਤੋਂ ਵੱਧ ਜੋ ਲੋਹ ਇਸਪਾਤ ਆ ਜੀ ਇਸ ਨੂੰ ਪੈਦਾ ਕਰਦੇ ਨੇ। ਜੇਕਰ ਗੱਲ ਕਰੀਏ ਜੀ ਆਪਾਂ IT ਇੰਡਸਟਰੀ ਦੀ, ਤਾਂ ਇਸ ਦੇ ਮੁੱਖ ਕੇਂਦਰ ਜੋ ਵਿਸ਼ਵ ਦੇ ਵਿੱਚ ਨੇ ਉਹ ਹੈ ਜੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵਿੱਚ ਸਿਲੀਕਨ ਵੈਲੀ। ਅਤੇ ਭਾਰਤ ਦੇ ਵਿੱਚ ਗੱਲ ਕਰੀਏ ਤਾਂ IT ਇੰਡਸਟਰੀ ਦਾ ਜੋ ਹੱਬ ਹੈ ਉਹ ਹੈ ਜੀ ਬੈਂਗਲੁਰੂ, ਠੀਕ ਹੈ ਜੀ, ਜਿਸ ਨੂੰ ਪਹਿਲਾਂ ਬੈਂਗਲੌਰ ਕਿਹਾ ਜਾਂਦਾ ਸੀ। ਜੋ ਕੈਲੀਫੋਰਨੀਆ ਜੀ, ਇੱਥੇ ਐਪਲ ਕੰਪਨੀ ਦਾ ਹੈੱਡਕੁਆਟਰ ਹੈ ਜੀ, ਅਤੇ ਜਿੰਨੇ ਵੀ ਐਪਲ ਪ੍ਰੋਡਕਟਸ ਨੇ ਉਹ ਸਾਰੇ ਕੈਲੀਫੋਰਨੀਆ ਦੇ ਵਿੱਚ ਹੀ ਡਿਜ਼ਾਈਨ ਕੀਤੇ ਜਾਂਦੇ ਨੇ। ਜੇਕਰ ਤੁਸੀਂ ਕੋਈ ਆਈਫੋਨ ਦੇਖੋਗੇ ਤਾਂ ਉਸ ਦੇ ਪਿੱਛੇ ਲਿਖਿਆ ਹੋਏਗਾ ਜੀ ਡਿਜ਼ਾਈਨਡ ਇਨ ਕੈਲੀਫੋਰਨੀਆ, ਠੀਕ ਹੈ ਜੀ। ਇਸ ਤਰ੍ਹਾਂ ਜੋ ਕੈਲੀਫੋਰਨੀਆ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ ਜੀ ਵਿਸ਼ਵ ਦੇ ਵਿੱਚ IT ਇੰਡਸਟਰੀ ਦੇ ਹੱਬ ਦੇ ਰੂਪ ਵਿੱਚ। ਹੁਣ ਆਪਾਂ ਪੜ੍ਹਾਂਗੇ ਜੀ ਦੁਨੀਆ ਦੇ ਸਭ ਤੋਂ 2 ਜੋ ਪ੍ਰਮੁੱਖ ਉਦਯੋਗ ਆ ਜਾਂਦੇ ਆ ਉਹਨਾਂ ਬਾਰੇ। ਇਸ ਦੇ ਵਿੱਚ ਇੱਕ ਉਦਯੋਗ ਆ ਜਾਂਦਾ ਹੈ ਜੀ ਲੋਹ ਇਸਪਾਤ ਉਦਯੋਗ, ਅਤੇ ਦੂਸਰਾ ਆ ਜਾਂਦਾ ਹੈ ਜੀ ਸੂਤੀ ਕੱਪੜਾ ਉਦਯੋਗ। ਇਹ ਜੋ ਉਦਯੋਗ ਨੇ ਜੀ ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ, ਅਤੇ ਇਹ ਆਪਣੇ ਲਈ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਨੇ। ਇਹਨਾਂ ਦੋਨਾਂ ਉਦਯੋਗਾਂ ਨੂੰ ਜੀ ਹੁਣ ਆਪਾਂ ਬਹੁਤ ਡਿਟੇਲ ਦੇ ਨਾਲ ਪੜ੍ਹਾਂਗੇ। ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਲੋਹ ਇਸਪਾਤ ਉਦਯੋਗ ਦੀ। ਇਹ ਇੱਕ ਅਜਿਹਾ ਉਦਯੋਗ ਹੈ ਜੀ ਜੋ ਹੋਰ ਉਦਯੋਗਾਂ ਦੇ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਇਹ ਕਿਵੇਂ ਕਰਦਾ ਜੀ, ਕਿਉਂ ਇਹ ਇੰਨਾ ਇੰਪੋਰਟੈਂਟ ਆ, ਇਸ ਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਇਹ ਬਹੁਤ ਸਾਰੇ ਉਦਯੋਗਾਂ ਨੂੰ ਜੀ ਕੱਚਾ ਮਾਲ ਉਪਲਬਧ ਕਰਵਾਉਂਦਾ ਹੈ। ਜੋ ਲੋਹ ਇਸਪਾਤ ਹੈ ਇਸ ਦੀ ਵਰਤੋਂ ਕਰਕੇ ਹੀ ਇੱਕ ਛੋਟੀ ਜਿਹੀ ਸੂਈ ਤੋਂ ਲੈ ਕੇ ਵੱਡੀਆਂ ਮਸ਼ੀਨਾਂ ਬਣਾਈਆਂ ਜਾਂਦੀਆਂ ਨੇ, ਜੋ ਹੋਰ ਫੈਕਟਰੀਜ਼ ਦੇ ਵਿੱਚ ਕੰਮ ਕਰਦੀਆਂ ਨੇ, ਠੀਕ ਹੈ ਜੀ। ਹੋਰ ਫੈਕਟਰੀਜ਼ ਦੇ ਵਿੱਚ ਵੀ ਜੋ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਉਹ ਸਾਰੀਆਂ ਲੋਹ ਇਸਪਾਤ ਤੋਂ ਹੀ ਬਣਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਜੀ ਲੋਹ ਇਸਪਾਤ ਦੀ ਵਰਤੋਂ ਦੇ ਨਾਲ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਮਸ਼ੀਨਾਂ, ਤੇਲ ਕੱਢਣ ਵਾਲੀਆਂ ਮਸ਼ੀਨਾਂ ਜੋ ਰਿਗ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਜੀ ਉਹ ਵਾਲੀਆਂ। ਅਤੇ ਇਸ ਤੋਂ ਇਲਾਵਾ ਜੋ ਇਮਾਰਤਾਂ ਦਾ ਨਿਰਮਾਣ ਆ ਉਸ ਸਮੇਂ ਵੀ ਜੋ ਲੋਹ ਇਸਪਾਤ ਆ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਕਿ ਜੋ ਲੋਹ ਇਸਪਾਤ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਜਾਂਦਾ ਹੈ। ਅਤੇ ਦੂਜੇ ਉਦਯੋਗਾਂ ਦੇ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਿਵੇਂ ਕਰਦਾ ਉਹ ਵੇਖ ਲੈਂਦੇ ਹਾਂ। ਜੋ ਲੋਹ ਇਸਪਾਤ ਹੈ ਜੀ ਇਸ ਦੀ ਮੰਨ ਲਓ ਇੱਕ ਉਦਯੋਗ ਲੱਗਿਆ, ਉਸਨੇ ਲੋਹ ਇਸਪਾਤ ਦਾ ਨਿਰਮਾਣ ਕੀਤਾ। ਉਹ ਕੀ ਹੈ ਜੀ ਲੋਹ ਇਸਪਾਤ ਨੂੰ ਚਾਦਰਾਂ ਦੇ ਰੂਪ ਵਿੱਚ ਰੱਖ ਲਏਗਾ। ਉਸ ਦਾ ਕੀ ਹੈ ਜੀ ਉਹ ਪ੍ਰੋਡਕਟ ਬਣ ਗਿਆ। ਉਹ ਆਪਣੇ ਉਹ ਪ੍ਰੋਡਕਟ ਨੂੰ ਅੱਗੇ ਹੋਰ ਕੰਪਨੀਆਂ ਨੂੰ ਵੇਚੇਗਾ, ਹੋਰ ਫੈਕਟਰੀਜ਼ ਨੂੰ ਵੇਚੇਗਾ, ਜਿਨ੍ਹਾਂ ਦੇ ਲਈ ਉਹ ਕੱਚੇ ਮਾਲ ਦੇ ਰੂਪ ਵਿੱਚ ਕੰਮ ਕਰੇਗਾ। ਉਹ ਕੱਚੇ ਮਾਲ ਦੀ ਵਰਤੋਂ ਕਰਕੇ ਉਹ ਫਿਰ ਜੀ ਵੱਖ ਜੋ ਪ੍ਰੋਡਕਟ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰ ਲਈ, ਜਿਵੇਂ ਸਮੁੰਦਰੀ ਜਹਾਜ਼, ਹਵਾਈ ਜਹਾਜ਼, ਵੱਡੀਆਂ ਮਸ਼ੀਨਾਂ, ਇਮਾਰਤਾਂ ਦਾ ਨਿਰਮਾਣ ਕਰਨ ਵੇਲੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਨੇ, ਉਹ ਲੋਹ ਇਸਪਾਤ ਦਾ ਯੂਜ਼ ਕਰਦੇ ਨੇ। ਇਸ ਤਰ੍ਹਾਂ ਜੋ ਲੋਹ ਇਸਪਾਤ ਉਦਯੋਗ ਹੈ ਜੀ ਇਹ ਆਪਣੇ ਪ੍ਰੋਡਕਟ ਨੂੰ ਦੂਜੇ ਉਦਯੋਗਾਂ ਨੂੰ ਕੱਚੇ ਮਾਲ ਦੇ ਰੂਪ ਵਿੱਚ ਦਿੰਦਾ ਹੈ। ਇਸ ਲਈ ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਉਦਯੋਗ ਆ ਜਾਂਦਾ ਹੈ। ਜਿਸ ਦੇਸ਼ ਦੇ ਵਿੱਚ ਜੀ ਲੋਹ ਇਸਪਾਤ ਉਦਯੋਗ ਪ੍ਰਫੁੱਲਿਤ ਆ, ਉੱਥੇ ਬਹੁਤ ਜ਼ਿਆਦਾ ਇਹ ਵਿਕਸਿਤ ਆ, ਉੱਥੇ ਜੋ ਦੂਸਰੇ ਉਦਯੋਗ ਨੇ ਜੀ ਉਹ ਵੀ ਆਟੋਮੈਟਿਕਲੀ ਜ਼ਿਆਦਾ ਉੱਥੇ ਵਿਕਸਿਤ ਹੁੰਦੇ ਨੇ ਅਤੇ ਉਹ ਦੇਸ਼ ਜ਼ਿਆਦਾ ਤਰੱਕੀ ਵਾਲਾ ਹੁੰਦਾ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਇਸਪਾਤ ਦੀ। ਜੋ ਇਸਪਾਤ ਆ ਜੀ ਇਸ ਨੂੰ ਇੰਗਲਿਸ਼ ਦੇ ਵਿੱਚ ਸਟੀਲ ਕਹਿੰਦੇ ਆ। ਆਪਾਂ ਨਾਰਮਲੀ ਸਟੀਲ ਹੀ ਨਾਮ ਲੈਂਦੇ ਹਾਂ, ਇਸਪਾਤ ਆਪਾਂ ਬੋਲਦੇ ਨਹੀਂ, ਠੀਕ ਹੈ ਜੀ। ਇੱਥੇ ਕਨਫਿਊਜ਼ ਨਹੀਂ ਹੋਣਾ। ਅੱਜ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਇਸਪਾਤ ਨੂੰ ਹੀ ਸਟੀਲ ਕਿਹਾ ਜਾਂਦਾ ਹੈ ਜੀ, ਜਾਂ ਸਟੀਲ ਹੀ ਇਸਪਾਤ ਹੁੰਦਾ ਹੈ। ਇਸਪਾਤ ਨੂੰ ਤਿਆਰ ਕਰਨ ਦੇ ਲਈ ਜੀ ਲੋਹ, ਅਯਸਕ ਅਤੇ ਚੂਨਾ ਪੱਥਰ ਨੂੰ ਮਿਲਾਇਆ ਜਾਂਦਾ ਹੈ।
ਜੋ ਲੋਹੇ ਐਸਕ ਹੁੰਦੇ ਆ ਜੀ, ਜਿਨ੍ਹਾਂ ਤੋਂ ਲੋਹਾ ਬਣਾਇਆ ਜਾਂਦਾ ਹੈ, ਉਹਨਾਂ ਦੇ ਵਿੱਚ ਹੀ ਚੂਨਾ ਪੱਥਰ ਮਿਲਾਇਆ ਜਾਂਦਾ ਹੈ ਤੇ ਫਿਰ ਉਸ ਨੂੰ ਜੀ ਭੱਠੀ ਦੇ ਵਿੱਚ ਗਲਾ ਕੇ ਇਸਪਾਤ ਦਾ ਨਿਰਮਾਣ ਕੀਤਾ ਜਾਂਦਾ ਹੈ, ਯਾਨੀ ਕਿ ਸਟੀਲ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੀ ਐਲੂਮੀਨੀਅਮ, ਨਿਕਲ ਅਤੇ ਤਾਂਬਾ, ਹੋਰ ਜਿਹੜੇ ਇਹੋ ਜਿਹੇ ਧਾਤੂ ਹੁੰਦੇ ਆ, ਉਹਨਾਂ ਨੂੰ ਵੀ ਇਸਪਾਤ ਦੇ ਵਿੱਚ ਮਿਲਾ ਕੇ ਹੋਰ ਵੀ ਕਈ ਮਿਸ਼ਰਤ ਧਾਤਾਂ ਬਣਾਈਆਂ ਜਾਂਦੀਆਂ ਨੇ। ਇਸ ਤਰ੍ਹਾਂ ਜੋ ਸਟੀਲ ਹੈ ਜੀ, ਇਸ ਦਾ ਉਤਪਾਦਨ ਕੀਤਾ ਜਾਂਦਾ। ਲੋਹ ਇਸਪਾਤ ਉਦਯੋਗ ਹੈ ਜੀ, ਇਹ ਭਾਰਤ ਦੇ ਵਿੱਚ ਕੱਚਾ ਮਾਲ ਵਧੀਆ ਮਿਲਣ ਕਰਕੇ, ਕੱਚੇ ਮਾਲ ਦੀ ਜੋ ਉਪਲਬਧਤਾ ਸਹੀ ਹੋਣ ਕਰਕੇ, ਸਸਤੇ ਮਜ਼ਦੂਰ ਮਿਲਣ ਕਰਕੇ, ਜੋ ਆਵਾਜਾਈ ਦੇ ਮਾਰਗ ਹੈ ਜੀ ਉਹ ਵਿਕਸਿਤ ਹੋਣ ਕਰਕੇ ਤੇ ਵਿਕਸਿਤ ਬਾਜ਼ਾਰ ਵਿਵਸਥਾ ਹੋਣ ਕਰਕੇ ਜੋ ਲੋਹ ਇਸਪਾਤ ਉਦਯੋਗ ਹੈ ਜੀ ਉਹ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਕਸਿਤ ਹੋਏ ਨੇ। ਇਹ ਜੋ ਵੱਖ-ਵੱਖ ਕਾਰਕ ਹੈ ਜੀ ਜੋ ਉਦਯੋਗਾਂ ਨੂੰ ਪ੍ਰਭਾਵਿਤ ਕਰਦੇ ਨੇ, ਉਹ ਸਾਰੇ ਕਾਰਕ ਜੀ ਇੱਥੇ ਜੋ ਲੋਹ ਇਸਪਾਤ ਦੇ ਉਦਯੋਗ ਦੇ ਲਈ ਬਹੁਤ ਵਧੀਆ ਮਾਤਰਾ ਦੇ ਵਿੱਚ ਮਿਲ ਜਾਂਦੇ ਨੇ। ਇਸੇ ਕਰਕੇ ਜੋ ਭਾਰਤ ਦੇ ਵਿੱਚ ਹੈ ਜੀ ਲੋਹ ਇਸਪਾਤ ਉਦਯੋਗ ਬਹੁਤ ਜ਼ਿਆਦਾ ਫੇਮਸ ਆ। ਭਾਰਤ ਦੇ ਵਿੱਚ ਕਿਹੜੇ-ਕਿਹੜੇ ਸਥਾਨ ਆ ਜਾਂਦੇ ਆ ਜੀ, ਉਸ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਕਿ ਵਿਸ਼ਵ ਦੇ ਵਿੱਚ ਕਿਹੜੇ-ਕਿਹੜੇ ਸਥਾਨਾਂ 'ਤੇ ਜੋ ਲੋਹ ਇਸਪਾਤ ਉਦਯੋਗ ਆ ਇਹ ਲੱਗੇ ਹੋਏ ਆ। ਇਸ ਦੇ ਵਿੱਚ ਜੀ ਤੁਸੀਂ ਸਾਰੇ ਕੰਟੀਨੈਂਟਸ ਦੇਖ ਰਹੇ ਹੋ, ਜੋ ਆ ਤੁਸੀਂ ਬਲੈਕ ਡਾਟ ਦੇਖ ਰਹੇ ਹੋ ਜੀ, ਇਹ ਖੇਤਰ ਦਿਖਾਇਆ ਗਿਆ ਕਿ ਵਿਸ਼ਵ ਦੇ ਵਿੱਚ ਕਿਹੜੇ-ਕਿਹੜੇ ਕੰਟੀਨੈਂਟ ਦੇ ਵਿੱਚ ਕਿੱਥੇ-ਕਿੱਥੇ ਜੋ ਲੋਹ ਇਸਪਾਤ ਉਦਯੋਗ ਆ ਇਹਨਾਂ ਦੀ ਫੈਕਟਰੀਜ਼ ਲੱਗੀ ਹੋਈ ਹੈ। ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਭਾਰਤ ਦਾ ਜੀ ਪੂਰਬੀ ਏਰੀਆ, ਉੱਥੇ ਜੋ ਲੋਹ ਇਸਪਾਤ ਉਦਯੋਗ ਆ ਉਹ ਲੱਗਿਆ ਹੋਇਆ। ਠੀਕ ਹੈ ਜੀ, ਇਸ ਨੂੰ ਵੀ ਤੁਸੀਂ PDF ਦੇ ਵਿੱਚ ਡਿਟੇਲ ਦੇ ਨਾਲ ਦੇਖ ਲੈਣਾ। ਹੁਣ ਆਪਾਂ ਵੇਖਦੇ ਹਾਂ ਜੀ ਕਿ ਭਾਰਤ ਦੇ ਵਿੱਚ ਕਿਹੜੇ-ਕਿਹੜੇ ਖੇਤਰ ਆ ਜਾਂਦੇ ਨੇ ਜਿੱਥੇ ਲੋਹ ਇਸਪਾਤ ਉਦਯੋਗ ਲੱਗੇ ਹੋਏ ਨੇ। ਜੋ ਭਾਰਤ ਦੇ ਵਿੱਚ ਮਹੱਤਵਪੂਰਨ ਲੋਹ ਇਸਪਾਤ ਉਦਯੋਗਿਕ ਖੇਤਰ ਆ ਜਾਂਦੇ ਨੇ, ਉਸ ਦੇ ਵਿੱਚ ਆ ਜਾਂਦਾ ਹੈ ਜੀ ਭਲਾਈ, ਦੁਰਗਾਪੁਰ, ਬਰਨਪੁਰ, ਜਮਸ਼ੇਦਪੁਰ, ਰਾਉਰਕੇਲਾ, ਬੋਕਾਰੋ। ਇਹ ਜੋ ਸਾਰੇ ਭਾਗ ਨੇ ਜੀ ਇਹ 4 ਖੇਤਰਾਂ ਦੇ ਵਿੱਚ ਹੀ ਫੈਲੇ ਹੋਏ ਨੇ, 4 ਰਾਜਾਂ ਦੇ ਵਿੱਚ ਹੀ ਭਾਰਤ ਦੇ ਵਿੱਚ ਫੈਲੇ ਹੋਏ ਨੇ। ਇਹ ਕਿਹੜੇ-ਕਿਹੜੇ ਰਾਜ ਆ ਜੀ ਇਹ ਵੇਖ ਲੈਂਦੇ ਆ। ਇਹ ਆਉਂਦੇ ਆ ਜੀ ਪੱਛਮੀ ਬੰਗਾਲ ਦੇ ਵਿੱਚ, ਝਾਰਖੰਡ ਦੇ ਵਿੱਚ, ਉੜੀਸਾ ਦੇ ਵਿੱਚ ਅਤੇ ਛੱਤੀਸਗੜ੍ਹ ਦੇ ਵਿੱਚ। ਇਹ 4 ਜੋ ਰਾਜ ਆ ਜੀ ਇਹਨਾਂ ਦੇ ਵਿੱਚ ਹੀ ਜੋ ਇਹ ਬਾਕੀ ਸਾਰੇ ਖੇਤਰ ਨੇ ਉਹ ਆ ਜਾਂਦੇ ਨੇ। ਠੀਕ ਹੈ ਜੀ, ਇਸ ਤੋਂ ਇਲਾਵਾ ਕੁਝ ਹੋਰ ਵੀ ਖੇਤਰ ਆ ਜਾਂਦੇ ਨੇ ਜਿੱਥੇ ਇਹ ਉਦਯੋਗ ਲੱਗੇ ਹੋਏ ਨੇ। ਉਹ ਆ ਜਾਂਦਾ ਜੀ ਕਰਨਾਟਕ ਦੇ ਵਿੱਚ ਵਿਜੇਨਗਰ ਅਤੇ ਭਦਰਾਵਤੀ। ਠੀਕ ਹੈ ਜੀ, ਇਸ ਤੋਂ ਇਲਾਵਾ ਆ ਜਾਂਦਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਵਿਸ਼ਾਖਾਪਟਨਮ ਅਤੇ ਤਾਮਿਲਨਾਡੂ ਦੇ ਵਿੱਚ ਆ ਜਾਂਦਾ ਹੈ ਜੀ ਸਲੇਮ। ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜੋ ਲੋਹ ਇਸਪਾਤ ਉਦਯੋਗ ਆ ਉਹ ਭਾਰਤ ਦੇ ਵਿੱਚ ਲੱਗੇ ਹੋਏ ਆ। ਠੀਕ ਹੈ ਜੀ, ਇਹਨਾਂ ਉਦਯੋਗਾਂ ਦੇ ਜੋ ਖੇਤਰ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਯਾਦ ਰੱਖ ਲੈਣਾ। ਇਹਨਾਂ ਦੇ ਬਾਰੇ ਕਈ ਵਾਰੀ ਆਪਣੇ ਤੋਂ ਸਿੱਧੇ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਫਿਰ ਪੇਪਰ ਦੇ ਵਿੱਚ ਆਪਾਂ ਕਨਫਿਊਜ਼ ਹੋ ਜਾਂਦੇ ਆ। ਇਸ ਲਈ ਜੀ ਵੀਡੀਓ ਨੂੰ 2 ਵਾਰੀ ਜ਼ਰੂਰ ਦੇਖ ਲਿਆ ਕਰੋ। ਹੁਣ ਆਪਾਂ ਪੜ੍ਹਦੇ ਹਾਂ ਜੀ ਆਪਣੇ ਦੂਸਰੇ ਮੁੱਖ ਉਦਯੋਗ ਨੂੰ, ਜੋ ਕਿ ਹੈ ਜੀ ਸੂਤੀ ਕੱਪੜਾ ਉਦਯੋਗ, ਜਾਂ ਇਸ ਨੂੰ ਆਪਾਂ ਕੱਪੜਾ ਉਦਯੋਗ ਵੀ ਕਹਿ ਸਕਦੇ ਹਾਂ। ਕਈ ਵਾਰੀ ਤੁਸੀਂ ਪੜ੍ਹਿਆ ਹੋਏਗਾ ਜੀ ਕਿ ਦੁਕਾਨ ਦੇ ਸਾਹਮਣੇ ਜਾਂ ਕਈ ਕੰਪਨੀਆਂ ਦੇ ਬੋਰਡ ਦੇ ਉੱਪਰ ਲਿਖਿਆ ਹੁੰਦਾ ਟੈਕਸਟਾਈਲ, ਅੱਗੇ ਨਾਮ ਲਿਖ ਕੇ ਪਿੱਛੇ ਟੈਕਸਟਾਈਲ ਹੁੰਦਾ। ਇਹ ਆਪਾਂ ਦੇਖ ਲੈਂਦੇ ਕਿ ਟੈਕਸਟਾਈਲ ਵਰਡ ਇਹ ਕੱਪੜਾ ਉਦਯੋਗ ਦੇ ਨਾਲ ਕਿਵੇਂ ਇਹ ਰਿਲੇਟ ਹੁੰਦਾ ਹੈ ਜੀ, ਤੇ ਵਰਡ ਬਣਿਆ ਕਿਵੇਂ ਆ। ਜੋ ਟੈਕਸਟਾਈਲ ਸ਼ਬਦ ਹੈ ਜੀ ਇਹ ਲੈਟਿਨ ਭਾਸ਼ਾ ਦੇ ਵਰਡ ਤੋਂ ਲਿਆ ਗਿਆ, ਜਿਹੜਾ ਕਿ ਲਿਆ ਗਿਆ ਸੀ ਟੈਕਸਟੇ ਵਰਡ ਤੋਂ। ਇਸ ਦਾ ਅਰਥ ਹੁੰਦਾ ਹੈ ਜੀ ਬੁਣਨਾ। ਆਪਾਂ ਨੂੰ ਪਤਾ ਹੈ ਜੀ ਕਿ ਧਾਗੇ ਤੋਂ ਬੁਣ ਕੇ ਹੀ ਕੱਪੜਾ ਬਣਦਾ ਹੈ, ਇਸ ਲਈ ਜੀ ਇਸ ਵਰਡ ਨੂੰ ਟੈਕਸਟਾਈਲ ਵਰਡ ਨੂੰ ਕੱਪੜਾ ਉਦਯੋਗ ਦੇ ਲਈ ਵਰਤਿਆ ਜਾਂਦਾ ਹੈ। ਧਾਗੇ ਤੋਂ ਜੋ ਕੱਪੜਾ ਬੁਣਦੀ ਹੈ ਕਲਾ ਹੈ ਜੀ, ਇੱਕ ਬਹੁਤ ਹੀ ਪ੍ਰਾਚੀਨ ਕਲਾ ਹੈ। ਇਸ ਦੇ ਵਿੱਚ ਕੀ ਹੁੰਦਾ ਹੈ ਜੀ ਕਪਾਹ, ਉੱਨ, ਸਿਲਕ, ਜੂਟ, ਪਟਸਨ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਅਤੇ ਇਹਨਾਂ ਤੋਂ ਜੀ ਹੈ ਕੱਪੜਾ ਬਣਾਇਆ ਜਾਂਦਾ, ਯਾਨੀ ਕਿ ਇਹ ਕੱਚਾ ਮਾਲ ਹੁੰਦੇ ਨੇ। ਜੋ ਰੇਸ਼ੇ ਹੈ ਜੀ ਇਹ ਕੱਪੜਾ ਉਦਯੋਗ ਦੇ ਲਈ ਕੱਚਾ ਮਾਲ ਹੁੰਦੇ ਨੇ। ਜੋ ਇਹ ਰੇਸ਼ੇ ਹੁੰਦੇ ਆ ਇਹ ਕੁਦਰਤੀ ਜਾਂ ਮਾਨਵ ਨਿਰਮਿਤ ਹੋ ਸਕਦੇ ਨੇ। ਠੀਕ ਹੈ ਜੀ, ਰੇਸ਼ੇ ਮੀਨਸ ਤੁਸੀਂ ਧਾਗਾ ਸਮਝ ਲਓ ਸਿੱਧਾ ਜਿਹਾ। ਜੋ ਇਹ ਕੁਦਰਤੀ ਰੇਸ਼ੇ ਹੁੰਦੇ ਆ ਜੀ, ਕੁਦਰਤੀ ਕੱਪੜਾ ਹੁੰਦਾ, ਇਹ ਕਿਹੜਾ ਆ ਜਾਂਦਾ ਜੀ, ਇਸ ਦੇ ਵਿੱਚ ਆ ਜਾਂਦਾ ਜੋ ਉੱਨ ਹੁੰਦੇ ਆ ਜੀ, ਜੋ ਸਿਲਕ ਹੁੰਦਾ, ਰੇਸ਼ਮ ਹੁੰਦਾ, ਕਪਾਹ ਆ ਜਾਂਦਾ ਜੀ, ਲਿਨਨ ਆ ਜਾਂਦਾ ਅਤੇ ਜੂਟ ਆ ਜਾਂਦਾ। ਇਹ ਲਿਨਨ ਨੂੰ ਜਿਹੜੇ ਲੀਲਨ ਕਹਿੰਦੇ ਆ ਜੀ, ਇਹ ਲਿਨਨ ਹੁੰਦਾ ਇਹਦਾ ਸਹੀ ਨਾਮ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਲਓ। ਫਿਰ ਆ ਜਾਂਦਾ ਹੈ ਜੀ ਮਾਨਵ ਨਿਰਮਿਤ ਰੇਸ਼ੇ, ਜਿਹੜੇ ਆਪਾਂ ਆਰਟੀਫਿਸ਼ੀਅਲ ਬਣਾਉਂਦੇ ਹਾਂ। ਉਸ ਦੇ ਵਿੱਚ ਆ ਜਾਂਦਾ ਹੈ ਜੀ ਨਾਈਲੋਨ, ਪੋਲੀਸਟਰ, ਐਕ੍ਰੈਲਿਕ। ਠੀਕ ਹੈ ਜੀ, ਜਿਸ ਤਰ੍ਹਾਂ ਤੁਸੀਂ ਟੀ-ਸ਼ਰਟਸ ਦੇਖੀਆਂ ਹੋਣੀਆਂ, ਜੋ ਡਰਾਈ ਫਿਟ ਟੀ-ਸ਼ਰਟਸ ਹੁੰਦੀਆਂ ਜਾਂ ਜੈਕਟਸ ਹੁੰਦੀਆਂ ਜੀ ਵਿੰਟਰ ਦੇ ਵਿੱਚ ਪੋਲੀਸਟਰ ਵਾਲੀਆਂ, ਉਹ ਇਹ ਮਾਨਵ ਨਿਰਮਿਤ ਹੁੰਦੇ ਆ ਜੀ। ਠੀਕ ਹੈ ਜੀ, ਇਸ ਤਰ੍ਹਾਂ ਇਹਨਾਂ ਦਾ ਵੀ ਡਿਫਰੈਂਸ ਆਪਾਂ ਨੂੰ ਪਤਾ ਲੱਗ ਗਿਆ। ਅੰਗਰੇਜ਼ਾਂ ਦੀ ਗੁਲਾਮੀ ਤੋਂ ਪਹਿਲਾਂ ਜੀ ਭਾਰਤ ਦੇ ਵਿੱਚ ਜੋ ਹੱਥੀਂ ਬੁਣੇ ਕੱਪੜੇ ਦਾ ਬਾਜ਼ਾਰ ਉਹ ਬਹੁਤ ਹੀ ਜ਼ਿਆਦਾ ਵੱਡਾ ਸੀ। ਢਾਕਾ ਦਾ ਮਲਮਲ, ਮਸੂਟੀਪਟਮ ਦਾ ਸ਼ੀਟ ਜੀ, ਵਡੋਦਰਾ ਦਾ ਸੁਨਹਿਰੀ ਜਰੀ ਦਾ ਕੰਮ ਅਤੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਪ੍ਰਸਿੱਧ ਸੀ। ਪੂਰੇ ਵਿਸ਼ਵ ਦੇ ਵਿੱਚ ਜੋ ਭਾਰਤ ਆ ਜੀ ਉਹ ਆਪਣੇ ਕੱਪੜੇ ਦੀ ਖੂਬਸੂਰਤੀ ਦੇ ਲਈ, ਡਿਜ਼ਾਈਨ ਦੇ ਲਈ ਪ੍ਰਸਿੱਧ ਸੀ। ਪਰ ਜਿਵੇਂ ਹੀ ਜੀ ਅੰਗਰੇਜ਼ ਭਾਰਤ ਦੇ ਵਿੱਚ ਆਏ, ਫਿਰ ਮਸ਼ੀਨੀ ਯੁੱਗ ਆਇਆ। ਉਸ ਦੇ ਨਾਲ ਕੀ ਹੋਇਆ ਜੀ ਕਿ ਜੋ ਮਸ਼ੀਨੀ ਕੱਪੜਾ ਸੀ ਉਸਨੇ ਭਾਰਤ ਦੇ ਜੋ ਹੱਥੀਂ ਕੱਪੜਾ ਬਣਾਇਆ ਜਾਂਦਾ ਸੀ ਜੀ ਉਸ ਦੇ ਬਾਜ਼ਾਰ ਨੂੰ ਫੇਲ ਕਰ ਦਿੱਤਾ। ਇਹ ਇਸ ਤਰ੍ਹਾਂ ਹੋਇਆ ਜੀ ਕਿਉਂਕਿ ਜੋ ਹੱਥੀਂ ਕੱਪੜਾ ਬਣਾਇਆ ਜਾਂਦਾ ਸੀ ਉਸ ਦੇ
ਉੱਪਰ ਕੀ ਹੈ ਜੀ ਮਿਹਨਤ ਜ਼ਿਆਦਾ ਹੁੰਦੀ ਸੀ, ਜ਼ਿਆਦਾ ਸਮਾਂ ਲੱਗਦਾ ਸੀ, ਜਿਸ ਕਰਕੇ ਉਸ ਕੱਪੜੇ ਦਾ ਕੀ ਹੈ ਜੀ ਰੇਟ ਵੱਧ ਹੁੰਦਾ ਸੀ, ਉਸ ਦੀ ਕਾਸਟ ਵੱਧ ਹੁੰਦੀ ਸੀ। ਜਦੋਂ ਕਿ ਜੋ ਮਸ਼ੀਨਾਂ ਨਾਲ ਕੱਪੜਾ ਬਣਾਇਆ ਜਾਂਦਾ ਸੀ, ਇੱਕ ਤਾਂ ਉਹ ਬਹੁਤ ਤੇਜ਼ੀ ਨਾਲ ਬਣ ਜਾਂਦਾ ਸੀ, ਦੂਸਰਾ ਕੀ ਹੈ ਜੀ ਉਸ ਦਾ ਰੇਟ ਘੱਟ ਹੁੰਦਾ ਸੀ। ਇਸੇ ਕਰਕੇ ਜੋ ਹੱਥੀਂ ਕੱਪੜੇ ਦਾ ਬਾਜ਼ਾਰ ਸੀ ਜੀ ਉਹ ਹੌਲੀ ਹੌਲੀ ਫੇਲ ਹੋ ਗਿਆ, ਤਾਂ ਮਸ਼ੀਨੀ ਕੱਪੜੇ ਦਾ ਬਾਜ਼ਾਰ ਜੋ ਚੱਲ ਪਿਆ। ਸ਼ੁਰੂਆਤ ਦੇ ਵਿੱਚ ਜੋ ਮਹਾਰਾਸ਼ਟਰ ਅਤੇ ਗੁਜਰਾਤ ਆ ਜੀ, ਇੱਥੇ ਮਸ਼ੀਨੀ ਕੱਪੜਾ ਉਦਯੋਗ ਬਹੁਤ ਜ਼ਿਆਦਾ ਫੈਲਿਆ ਸੀ। ਆਪਾਂ ਨੂੰ ਪਤਾ ਹੈ ਕਿ ਜਦੋਂ ਭਾਰਤ ਦੇ ਵਿੱਚ ਮਸ਼ੀਨਾਂ ਦਾ ਵਰਤੋਂ ਹੋਣ ਲੱਗੀ ਕੱਪੜਾ ਬਣਾਉਣ ਲਈ, ਉਸ ਸਮੇਂ ਕੀ ਹੈ ਜੀ ਕਿ ਭਾਰਤ ਆ ਉਹ ਅੰਗਰੇਜ਼ਾਂ ਦਾ ਗੁਲਾਮ ਸੀ। ਅਤੇ ਜੋ ਮਹਾਰਾਸ਼ਟਰ ਖੇਤਰ ਆ ਜੀ ਇੱਥੋਂ ਅਤੇ ਗੁਜਰਾਤ ਦੇ ਵਿੱਚੋਂ, ਇੱਥੇ ਦੋਨੇ ਜਗ੍ਹਾ 'ਤੇ ਕੀ ਆ ਜੀ ਜੋ ਆਪਾਂ ਨੂੰ ਸਮੁੰਦਰੀ ਤੱਟ ਲੱਗਦੇ ਨੇ, ਸਮੁੰਦਰੀ ਪੋਰਟ ਲੱਗਦੇ ਨੇ। ਇੱਥੋਂ ਕੀ ਸੀ ਕਿ ਬ੍ਰਿਟਿਸ਼ ਜੋ ਲੋਕ ਸੀ ਉਹ ਇੱਥੋਂ ਦਾ ਜੋ ਪ੍ਰੋਡਕਟ ਬਣੇ ਹੁੰਦੇ ਸੀ ਜੀ, ਉਹਨਾਂ ਕੱਪੜੇ ਨੂੰ ਆਸਾਨੀ ਦੇ ਨਾਲ ਕੀ ਆ ਜੀ ਉਹ ਆਪਣੇ ਦੇਸ਼ ਦੇ ਵਿੱਚ ਲੈ ਜਾਂਦੇ ਸੀ। ਠੀਕ ਹੈ ਜੀ, ਇਸੇ ਲਈ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ ਉਹਨਾਂ ਨੇ ਪਹਿਲਾਂ ਜੋ ਇਹ ਇੰਡਸਟਰੀ ਸੀ ਉਹਨਾਂ ਨੂੰ ਲਗਾਇਆ ਸੀ। ਬਾਕੀ ਕੀ ਹੈ ਜੀ ਇੱਥੋਂ ਦੀ ਜਨਸੰਖਿਆ ਵੀ ਵੱਧ ਸੀ, ਅਤੇ ਇੱਥੇ ਜੋ ਲੋਕ ਆ ਉਹ ਸਸਤੇ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਸੀ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਵਰਤਮਾਨ ਸਮੇਂ ਦੇ ਵਿੱਚ ਭਾਰਤ ਦੇ ਜੋ ਮੁੱਖ ਕੱਪੜਾ ਉਦਯੋਗ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਲੱਗੇ ਹੋਏ ਨੇ। ਇਹ ਆ ਜਾਂਦਾ ਹੈ ਜੀ ਕੋਇੰਬਟੂਰ ਦੇ ਵਿੱਚ, ਕਾਨਪੁਰ ਦੇ ਵਿੱਚ ਜੀ, ਚੇਨਈ, ਅਹਿਮਦਾਬਾਦ, ਮੁੰਬਈ, ਕੋਲਕਾਤਾ, ਲੁਧਿਆਣਾ, ਪੌਂਡੀਚੇਰੀ ਅਤੇ ਪਾਣੀਪਤ। ਲੁਧਿਆਣਾ ਜੀ ਪੰਜਾਬ ਦਾ ਇੱਕ ਖੇਤਰ ਆ ਜੋ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਹੁਣ ਆਪਣੇ ਕੱਪੜੇ ਦੇ ਉਤਪਾਦਨ ਦੇ ਲਈ। ਜੋ ਜ਼ਿਆਦਾਤਰ ਜੀ ਸਰਦੀ ਵਾਲੇ ਕੱਪੜੇ ਨੇ ਜੋ ਪੂਰੇ ਪੰਜਾਬ ਦੇ ਵਿੱਚ ਵਿਕਦੇ ਨੇ ਜਾਂ ਨੇੜੇ ਤੇੜੇ ਵਿਕਦੇ ਨੇ, ਉਹ ਲੁਧਿਆਣਾ ਦੇ ਵਿੱਚੋਂ ਹੀ ਬਣਦੇ ਨੇ। ਲੁਧਿਆਣਾ ਦੇ ਵਿੱਚ ਹੀ ਕਈ ਜੀ ਵੈਲ ਨੋਨ ਬ੍ਰਾਂਡਸ ਦੀਆਂ ਫੈਕਟਰੀਜ਼ ਨੇ ਜੋ ਪੂਰੇ ਇੰਡੀਆ ਦੇ ਵਿੱਚ ਵਿਕਦੇ ਨੇ, ਜਿਵੇਂ ਕਿ ਸਭ ਤੋਂ ਮਸ਼ਹੂਰ ਆ ਜਾਂਦਾ ਹੈ ਜੀ ਮੌਂਟੀ ਕਾਰਲੋ, ਫਿਰ ਆ ਜਾਂਦਾ ਹੈ ਜੀ ਆਕਟੇਵ, ਸਟੇਟਸ ਕਿਊ, ਡਿਊਕ। ਇੱਦਾਂ ਦੇ ਜੋ ਬ੍ਰਾਂਡ ਨੇ ਜੀ ਇਹ ਲੁਧਿਆਣਾ ਦੇ ਵਿੱਚ ਹੀ ਇਹਨਾਂ ਦੀ ਸ਼ੁਰੂਆਤ ਹੋਈ ਹੈ, ਅਤੇ ਲੁਧਿਆਣਾ ਦੇ ਵਿੱਚ ਹੀ ਇਹਨਾਂ ਦੀਆਂ ਹੁਣ ਵੀ ਫੈਕਟਰੀਜ਼ ਨੇ। ਇੱਥੋਂ ਹੀ ਇਹ ਪੂਰੇ ਜੋ ਇੰਡੀਆ ਦੇ ਵਿੱਚ ਵਿਕਦੇ ਨੇ। ਜੋ ਭਾਰਤ ਦਾ ਅਹਿਮਦਾਬਾਦ ਹੈ ਜੀ, ਜੋ ਗੁਜਰਾਤ ਦੇ ਵਿੱਚ ਏਰੀਆ ਜਾਂਦਾ ਹੈ ਅਹਿਮਦਾਬਾਦ, ਇਸ ਨੂੰ ਭਾਰਤ ਦਾ ਜੀ ਮੈਨਚੈਸਟਰ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਲੈਣਾ, ਇਸ ਦੇ ਬਾਰੇ ਕਈ ਵਾਰ ਪ੍ਰਸ਼ਨ ਪੁੱਛੇ ਜਾਂਦੇ ਨੇ। ਹੁਣ ਜੀ ਤੁਹਾਡੇ ਸਾਹਮਣੇ ਇੱਕ ਮੈਪ ਆ ਰਿਹਾ, ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਦੁਨੀਆ ਦੇ ਜੋ ਵੱਖ-ਵੱਖ ਕੰਟੀਨੈਂਟ ਨੇ, ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਖੇਤਰ ਆ ਜੀ ਜਿੱਥੇ ਜੋ ਸੂਤੀ ਕੱਪੜਾ ਉਦਯੋਗ ਹੈ ਇਹ ਲਗਾਇਆ ਗਿਆ। ਠੀਕ ਹੈ ਜੀ, ਇਹ ਤੁਸੀਂ PDF ਦੇ ਵਿੱਚ ਦੇਖ ਲੈਣਾ ਧਿਆਨ ਨਾਲ ਵੀ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿਹੜੇ-ਕਿਹੜੇ ਉਦਯੋਗ ਲੱਗੇ ਹੋਏ ਆ। ਠੀਕ ਹੈ ਜੀ, ਭਾਰਤ ਦਾ ਜੋ ਕੁੱਲ ਕੱਪੜਾ ਉਤਪਾਦਨ ਹੁੰਦਾ ਹੈ ਜੀ, ਇਸ ਦਾ 1/3 ਹਿੱਸਾ ਜੋ ਉਹ ਨਿਰਯਾਤ ਕਰ ਦਿੱਤਾ ਜਾਂਦਾ, ਯਾਨੀ ਕਿ ਭਾਰਤ ਦੇ ਵਿੱਚ ਜੋ ਕੱਪੜਾ ਉਦਯੋਗ ਹੈ ਇਹ ਬਹੁਤ ਹੀ ਜ਼ਿਆਦਾ ਵਿਕਸਿਤ ਹੈ। ਠੀਕ ਹੈ ਜੀ, ਇਸ ਤਰ੍ਹਾਂ ਆਪਣਾ ਜੋ ਅੱਜ ਦਾ ਚੈਪਟਰ ਹੈ ਇਹ ਸਮਾਪਤ ਹੁੰਦਾ ਹੈ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਵੀਡੀਓ ਹੈਲਪਫੁਲ ਰਹੇਗੀ ਜੀ ਤੁਹਾਡੇ ਲਈ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਵੀਡੀਓ ਦੇ ਨੀਚੇ ਜੀ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਜੋ ਵੀ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਗਏ ਆ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।